ਜੈ ਗੁਰਦੇਵ, ਧੰਨ ਗੁਰਦੇਵ। ਜਿਵੇਂ ਕਿ ਆਪ ਸਭ ਸੰਗਤਾਂ ਜਾਣਦੀਆਂ ਹੋ ਕਿ ਸਤਿਗੁਰੂ ਨਾਨਕ ਦੇਵ ਜੀ ਮਹਾਰਾਜ ਔਰ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੀਆਂ ਆਪਸੀ ਮਿਲਣੀਆਂ ਦਾ ਇਤਿਹਾਸ ਵਿੱਚ ਜ਼ਿਕਰ ਆਉਂਦਾ ਹੈ, ਜਿਸ ਵਿੱਚ ਗੁਰੂ ਰਵਿਦਾਸ ਜੀ ਔਰ ਗੁਰੂ ਨਾਨਕ ਦੇਵ ਜੀ ਨੇ ਜਾਤ ਪਾਤ ਦੇ ਖਿਲਾਫ ਬਹੁਤ ਲੜਾਈ ਲੜੀ ਹੈ। ਇੱਥੋਂ ਤੱਕ ਕਿ ਸਤਿਗੁਰੂ ਨਾਨਕ ਦੇਵ ਜੀ ਦੀ ਬਾਣੀ ਵਿੱਚ, ਗੁਰੂ ਘਰ ਦੀ ਬਾਣੀ ਵਿੱਚ ਆਉਂਦਾ ਹੈ, ਨੀਚਾ ਅੰਦਰ ਨੀਚ ਜਾਤ, ਨੀਚੀ ਹੂੰ ਅਤ ਨੀਚ, ਨਾਨਕ ਤਿਨ ਕੈ ਸੰਗ ਸਾਥ, ਵੱਡਿਆਂ ਸਿਉ ਕਹਿ ਰੀਸ। ਕਿ ਗੁਰੂ ਸਾਹਿਬ ਨੇ ਜਿੱਥੇ ਹੱਕ ਔਰ ਸੱਚ ਦੀ ਗੱਲ ਕੀਤੀ ਗੁਰੂ ਨਾਨਕ ਪਾਤਸ਼ਾਹ ਜੀ ਨੇ ਔਰ ਗੁਰੂ ਰਵਿਦਾਸ ਜੀ ਨੇ, ਉੱਥੇ ਇਹਨਾਂ ਦੀਆਂ ਆਪਸੀ ਮਿਲਣੀਆਂ ਵਿੱਚ ਇੱਕ ਇਤਿਹਾਸਕ ਤੱਥ ਹੈ ਕਿ ਸੱਚੇ ਸੌਦੇ ਦੇ ਨਾਮ ਦੇ ਨਾਲ ਇੱਕ ਇਤਿਹਾਸਕ ਘਟਨਾ ਜੁੜੀ ਹੋਈ ਹੈ, ਜਿਸ ਦੀ ਜਾਣਕਾਰੀ ਅਸੀਂ ਸਾਡੇ ਪ੍ਰਿੰਸੀਪਲ ਸਤਪਾਲ ਜੱਸੀ ਜੀ, ਜੋ ਡੇਰਾ ਸੱਚਖੰਡ ਬੱਲਾਂ ਤੋਂ ਗੋਲਡ ਮੈਡਲਿਸਟ ਵੀ ਹਨ ਔਰ ਬਹੁਤ ਵੱਡੇ ਇਤਿਹਾਸਕਾਰ ਹਨ ਔਰ ਜਿਨ੍ਹਾਂ ਨੇ ਬਹੁਤ ਵਧੀਆ ਕਿਤਾਬਾਂ ਇਤਿਹਾਸ ਨਾਲ ਭਰਪੂਰ ਲਿਖੀਆਂ ਹਨ, ਅਸੀਂ ਉਹਨਾਂ ਪਾਸੋਂ ਸੰਗਤਾਂ ਨੂੰ ਇਸ ਘਟਨਾ ਬਾਰੇ ਜਾਣਕਾਰੀ ਦਿਵਾਵਾਂਗੇ, ਕਿਉਂਕਿ ਉਹ ਇਤਿਹਾਸਕਾਰ ਹਨ। ਪ੍ਰਿੰਸੀਪਲ ਸਤਪਾਲ ਜੱਸੀ ਜੀ ਨੂੰ ਰਵਿਦਾਸੀਆ ਟੀਵੀ ਦੇ ਸਟੂਡੀਓ ਵਿੱਚ ਆਉਣ 'ਤੇ ਬਹੁਤ ਪਿਆਰ ਭਰੀ ਗਈ ਜੀ ਆਇਆਂ ਜੀ। ਜੈ ਗੁਰਦੇਵ ਜੀ, ਧੰਨ ਗੁਰਦੇਵ। ਜੈ ਗੁਰਦੇਵ, ਧੰਨ ਗੁਰਦੇਵ। ਰਵਿਦਾਸੀ ਟੀਵੀ ਦੇਖ ਰਹੀਆਂ ਸਾਰੀਆਂ ਸੰਗਤਾਂ ਨੂੰ ਜੈ ਗੁਰਦੇਵ, ਧੰਨ ਗੁਰਦੇਵ। ਪ੍ਰਿੰਸੀਪਲ ਸਾਹਿਬ, ਪਹਿਲਾਂ ਤਾਂ ਸੰਗਤਾਂ ਇਹ ਜਾਣਨਾ ਚਾਹੁੰਦੀਆਂ ਹਨ ਕਿ ਸੱਚਾ ਸੌਦਾ ਕੀ ਹੈ, ਇਸ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ? ਗੁਰਪ੍ਰੀਤ ਜੀ, ਇਹ ਦੁਨੀਆ ਦੀ ਅਧਿਆਤਮਕਤਾ ਦੇ ਵਿੱਚ ਜੀ ਇੱਕ ਸਿਰਮੌਰ ਘਟਨਾ ਹੈ ਜੀ, ਜਿਹਦੇ ਬਾਰੇ ਕਿਹਾ ਜਾਣਾ ਬਣਦਾ ਇੱਕ ਸ਼ੇਰ ਦੇ ਰਾਹੀਂ, ਜੀ ਲੱਖ ਵਾਰੀ ਸਹੁੰ ਖਾਧੀ ਤੇਰਾ ਨਾਂ ਨਹੀਂ ਲੈਣਾ, ਜੀ ਪਰ ਬਿਲਕੁਲ। ਜਦ ਵੀ ਸਹੁੰ ਖਾਧੀ ਤੇਰਾ ਨਾਂ ਲੈ ਕੇ। ਵਾਹ ਜੀ ਵਾਹ, ਕੀ ਬਾਤ ਹੈ, ਬਹੁਤ ਖੂਬ। ਲੋਕ ਇਹ ਗੱਲ ਕਹਿੰਦੇ ਆ, ਜੀ ਸਚਾਈ ਆ, ਸੱਚਾ ਸੌਦਾ ਹੋਇਆ, ਜੀ ਪਰ ਅਖੌਤੀ ਵਿਦਵਾਨਾਂ ਨੇ ਇਹਨੂੰ ਸਾਬਤ ਨਹੀਂ ਹੋਣ ਦੇਣਾ ਜੀ। ਦੀ ਕਸਮ ਖਾ ਰੱਖੀ ਆ। ਉਹ ਗੁਰੂ ਸਾਹਿਬ ਦੀ ਬਾਣੀ ਨੂੰ ਵੀ ਜੀ ਅੱਗੇ ਪਿੱਛੇ ਕਰਨ ਵੇਲੇ ਤਾਂ ਨਹੀਂ ਦੇਖਦੇ। ਜੀ ਇਸ ਕਰਕੇ ਮੈਂ ਇਹ ਗੱਲ ਕਹਿਣੀ ਚਾਹੁੰਦਾ, ਤਾਂ ਮੈਂ ਇਹ ਗੱਲ ਕਹੀ ਆ। ਜੀ ਇਹ ਜਿਹੜੀ ਘਟਨਾ ਆ, ਜੀ ਇਹ ਦਰਅਸਲ ਦੇ ਵਿੱਚ ਜੀ ਇਹ ਰੂਹਾਨੀਅਤ ਜੀ ਇੱਕ ਪਾਸੇ, ਜੀ ਜਾਤ ਪਾਤ ਅਭਿਮਾਨੀਆਂ ਦਾ ਜੀ ਪੱਖ ਇੱਕ ਪਾਸੇ, ਜੀ ਇਹ ਦੋਨਾਂ ਦਾ ਟਕਰਾਅ ਆ। ਜੀ ਬਿਲਕੁਲ। ਇਸ ਘਟਨਾ ਦੇ ਵਿੱਚ ਸ੍ਰੀ ਗੁਰੂ ਰਵਿਦਾਸ ਜੀ ਮਹਾਰਾਜ ਪਰਮ ਪਿਤਾ ਨੂੰ ਜੀ ਅਤੇ ਸ੍ਰੀ ਗੁਰੂ ਨਾਨਕ ਦੇਵ ਜੀ ਨੂੰ, ਜੀ ਜੀ ਗੁਰੂ ਨਾਨਕ ਦੇਵ ਜੀ ਨੇ ਸ਼ਾਇਦ ਜੀਵਨ ਵਿੱਚ ਕਦੇ ਸੋਚਿਆ ਵੀ ਨਹੀਂ ਹੋਣਾ ਜੀ ਕਿ ਇਸ ਘਟਨਾ ਦਾ ਇਹ ਅਸਰ ਹੋਊਗਾ। ਜੀ। ਇਸ ਕਰਕੇ ਮੈਂ ਤੁਹਾਨੂੰ ਕਿਹਾ, ਕਿਉਂਕਿ ਇਹ ਘਟਨਾ ਇੱਕ ਇਤਿਹਾਸ ਦਾ ਹਿੱਸਾ ਆ, ਜੀ ਇਹ ਵਾਰ-ਵਾਰ ਚੱਲਦੀ ਆ। ਜੀ। ਇਸ ਕਰਕੇ ਮੈਂ ਤੁਹਾਨੂੰ ਵਾਰ-ਵਾਰ ਕਿਹਾ ਵੀ ਲੱਖ ਵਾਰੀ ਸਹੁੰ ਖਾਧੀ ਤੇਰਾ ਨਾਂ ਨਹੀਂ ਲੈਣਾ, ਜੀ ਪਰ ਜਦ ਵੀ ਸਹੁੰ ਖਾਧੀ ਤੇਰਾ ਨਾਂ ਲੈ ਕੇ। ਜੀ ਬਹੁਤ ਖੂਬ ਜੀ, ਬਿਲਕੁਲ। ਪ੍ਰਿੰਸੀਪਲ ਸਾਹਿਬ, ਇਹ ਜੋ ਤੁਸੀਂ ਵਰਣਨ ਕੀਤਾ ਕਿ ਇਹ ਰੂਹਾਨੀਅਤ ਤੇ ਜਾਤ ਅਭਿਮਾਨੀਆਂ ਦਾ ਵਿੱਚ ਜ਼ਿਕਰ ਕੀਤਾ ਆ, ਇਹ ਗੱਲਬਾਤ ਜੋ ਹੈ ਇਹ ਗੁਰੂ ਗ੍ਰੰਥ ਸਾਹਿਬ ਦੀ ਰਚਨਾ ਤੋਂ ਹੀ ਚੱਲ ਰਹੀ ਹੈ? ਬਿਲਕੁਲ। ਇਸ ਬਾਰੇ ਸੰਗਤਾਂ ਨੂੰ ਜਾਣਕਾਰੀ ਦਿਓ ਜੀ। ਗੁਰਪ੍ਰੀਤ ਜੀ, ਇਹ ਇੱਕ ਐਸੀ ਘਟਨਾ ਆ ਜੀ। ਜਿਹਨੇ ਸੰਸਾਰ ਦੀ ਰੂਹਾਨੀਅਤ ਨੂੰ ਪ੍ਰਭਾਵਿਤ ਕੀਤਾ। ਜੀ ਸੰਤਾਂ ਦੇ ਸੰਤ ਪ੍ਰਾਹੁਣੇ ਹੁੰਦੇ ਆ, ਜੀ ਬਿਲਕੁਲ ਜੀ। ਸੰਤਾਂ ਤੇ ਸੰਸਾਰੀਆਂ ਦਾ ਜੋੜ ਨਹੀਂ ਹੁੰਦਾ। ਜੀ ਜਿਹੜੀ ਗੱਲ ਇਹ ਜਾਤ ਅਭਿਮਾਨੀ ਜੀ ਬਣਾਉਣੀ ਚਾਹੁੰਦੇ ਸੀ, ਜੀ ਉਹ ਬਣੀ ਨਹੀਂ। ਜੀ ਇਹ ਜਦੋਂ ਵੀ ਕਿਤੇ ਗੱਲ ਚੱਲਦੀ ਆ ਜੀ ਸੱਚੇ ਸੌਦੇ ਦੀ, ਜੀ ਸਾਡੇ ਲੇਖਕ ਉਹਦਾ ਪੂਰਾ ਵਰਣਨ ਕਰਦੇ ਆ, ਜੀ ਇਹਦਾ ਕੋਈ ਜਵਾਬ ਹੀ ਨਹੀਂ ਦਿੰਦਾ। ਜੀ ਇਹ ਘਟਨਾ ਜਿਹੜੀ ਆ ਇਹ ਬਿਲਕੁਲ ਸੱਚੀ ਆ, ਜੀ ਪਰ ਕਿਉਂਕਿ ਤੁਸੀਂ ਪੁੱਛਿਆ ਗੁਰੂ ਗ੍ਰੰਥ ਸਾਹਿਬ ਨਾਲ ਇਹਦਾ ਲਿੰਕ, ਜੀ ਜਦੋਂ ਗੁਰੂ ਸਾਹਿਬ ਨੇ ਰਾਮਸਰ ਦੀ ਸਥਾਨ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਰਚਨਾ ਕੀਤੀ ਆ, ਜੀ ਸ਼ੁਰੂਆਤ ਦੇ ਵਿੱਚ ਉਹਨਾਂ ਦੀ ਰੂਹਾਨੀਅਤ ਤੇ ਉਹਨਾਂ ਦੀ ਅਧਿਆਤਮਕਤਾ ਦੇ ਉੱਤੇ ਜੀ ਬਹੁਤ ਵੱਡੇ ਪ੍ਰਸ਼ਨ ਖੜੇ ਕੀਤੇ ਗਏ, ਜੀ ਜਿਹੜੇ ਇਤਿਹਾਸ ਵਿੱਚ ਦਰਜ ਆ। ਜੀ ਔਰ ਮੈਂ ਤੁਹਾਨੂੰ ਜਿਹੜੀ ਗੱਲ ਕਹਿਣੀ ਚਾਹੁੰਦਾ, ਜੀ ਸਭ ਤੋਂ ਪਹਿਲਾਂ ਜਿਹੜਾ ਪ੍ਰਸ਼ਨ ਉਠਾਇਆ ਗਿਆ, ਜੀ ਜੀ ਉਹ ਇਸ ਗੁਰੂ ਘਰ ਦੇ ਬੰਦੇ ਨੇ ਹੀ ਉਠਾਇਆ। ਇਸ ਗੱਲ ਬਾਰੇ ਸੰਗਤਾਂ ਨੂੰ ਜ਼ਰੂਰ ਜਾਣਕਾਰੀ ਦਿਓ, ਕਿਉਂਕਿ ਇਹ ਸੰਗਤਾਂ ਇਤਿਹਾਸ ਨਹੀਂ ਜਾਣਦੀਆਂ,
ਜੇਕਰ ਆਪ ਜੀ ਪੂਰੇ ਵਿਸਥਾਰ ਨਾਲ ਔਰ ਵਿਦ ਪ੍ਰਮਾਣ ਤੁਸੀਂ ਨਾਲ ਪ੍ਰਮਾਣ ਦੇ ਕੇ ਸਾਰੀ ਗੱਲ ਦੱਸੋਗੇ ਤੇ ਸੰਗਤਾਂ ਇਸ ਦਾ ਭਰਪੂਰ ਲਾਭ ਉਠਾ ਸਕਣਗੀਆਂ ਜੀ। ਇਸ ਬਾਰੇ ਭਾਈ ਗੁਰਦਾਸ ਜੀ ਨੂੰ ਗੁਰੂ ਗ੍ਰੰਥ ਸਾਹਿਬ ਲਿਖਣ ਦੀ ਸੇਵਾ ਸੌਂਪੀ ਗਈ। ਜੀ ਜਦੋਂ ਬਾਣੀ ਜਿਹੜੀ ਆ ਸ਼੍ਰੀ ਗੁਰੂ ਰਵਿਦਾਸ ਜੀ ਤੱਕ, ਕਬੀਰ ਜੀ ਤੱਕ, ਜਾਂ ਕਹਿ ਲਓ ਕਉ ਰਵਿਦਾਸ ਖਲਾਸ ਚਮਾਰਾ ਜੋ ਹਮ ਸਹਿਰੀ ਸੁਮੀਤ ਹਮਾਰਾ ਜੀ ਆਈ ਜੀ ਤੇ ਭਾਈ ਗੁਰਦਾਸ ਦੇ ਮਨ ਦੇ ਵਿੱਚ ਸ਼ੰਕਾ ਪੈਦਾ ਹੋ ਗਿਆ, ਕਿਉਂਕਿ ਉਹ ਪਹਿਲਾਂ ਹੀ ਇਸ ਘਟਨਾ ਨੂੰ ਦੇ ਵਿਰੋਧ ਵਿੱਚ ਸੀ। ਜੀ ਸ਼੍ਰੀ ਗੁਰੂ ਨਾਨਕ ਦੇਵ ਜੀ ਤੇ ਗੁਰੂ ਨਾਨਕ ਦੇਵ ਜੀ ਤੇ ਪਰਮਪਿਤਾ ਪਰਮਾਤਮਾ ਸਤਿਗੁਰੂ ਰਵਿਦਾਸ ਮਹਾਰਾਜ ਦੀ ਘਟਨਾ ਦੇ ਵਿਰੋਧ ਵਿੱਚ ਸੀ। ਜੀ ਜਿੱਦਾਂ ਹੀ ਸੁਣਿਆ ਕਿ ਗੁਰੂ ਅਰਜਨ ਦੇਵ ਜੀ ਇਹ ਘਟਨਾ ਦਾ ਵਰਣਨ ਇੱਥੇ ਉਹ ਇਹ ਸ਼ਬਦ ਕਰਾ ਰਹੇ ਆ ਮੇਰੇ ਕੋਲੋਂ, ਤਾਂ ਉਹਨ ਸ਼ੰਕਾ ਪ੍ਰਗਟ ਕੀਤੀ ਜੀ ਵੀ ਭਾਈ ਇਹ ਬਾਣੀ ਪੜੂਗਾ ਕੌਣ। ਓਹੋ, ਇਸ ਗੱਲ ਦਾ ਪ੍ਰਿੰਸੀਪਲ ਸਾਹਿਬ ਪ੍ਰਮਾਣ ਦੇ ਕੇ ਤੁਸੀਂ ਸੰਗਤਾਂ ਨੂੰ ਦੱਸੋ। ਜਿਹੜਾ ਗੁਰੂ ਬਿਲਾਸ ਪਾਤਸ਼ਾਹੀ ਛੇਵੀਂ ਆ ਜੀ ਉਹਦਾ ਕਰਤਾ ਲਿਖਦਾ ਆ, ਜੀ ਜੀ ਕਹਿੰਦਾ ਸਭ ਤੋਂ ਪਹਿਲਾਂ ਜੀ ਇਹ ਘਟਨਾ ਭਾਈ ਗੁਰਦਾਸ ਨੇ ਕੀਤੀ, ਔਰ ਇਸ ਘਟਨਾ ਦਾ ਭਾਈ ਗੁਰਦਾਸ ਦੀ ਘਟਨਾ ਦਾ ਜਿਹੜਾ ਵਰਣਨ ਆ ਉਹ ਜਿੱਥੇ ਬਾਕੀਆਂ ਨੇ ਕੀਤਾ ਜੀ ਉੱਤੇ ਡਾਕਟਰ ਰੂਪ ਸਿੰਘ ਜੀ ਨੇ ਵੀ ਕੀਤਾ ਅੱਛਾ ਜੀ ਆਪਣੀ ਕਿਤਾਬ ਦੇ ਵਿੱਚ। ਅੱਛਾ ਜੀ ਉਹ ਲਿਖਦੇ ਆ, ਉਹਦੇ ਵਿੱਚ ਆਉਂਦਾ, ਪਰ ਉਹ ਹਵਾਲੇ ਨਾਲ ਲਿਖਦੇ ਆ 241 ਚ, ਜੀ। ਕਹਿੰਦੇ ਬਹੁਰ ਸ਼ਬਦ ਸ੍ਰੀ ਮੁਖ ਜੀ ਕਹੂੰ ਜੀ ਕਿ ਗੁਰੂ ਅਰਜਨ ਦੇਵ ਜੀ ਨੇ ਬਹੁਤ ਸਾਰੇ ਸ਼ਬਦ ਆਪਣੇ ਸ੍ਰੀ ਮੁਖ ਤੋਂ ਕਹੇ ਆ। ਜੀ ਬਹੁਰ ਸ਼ਬਦ ਸ੍ਰੀ ਮੁਖ ਕਹੂੰ ਭਗਤ ਨਾਮ ਧਰ ਦੇ, ਜੀ ਤੇ ਜਿਹੜੇ ਸ਼ਬਦ ਕਹਿੰਦੇ ਕਹੇ ਉਹਦਾ ਨਾਮ ਭਗਤ ਧਰ ਦਿੱਤਾ। ਭਗਤ ਨਾਮ ਧਰ ਦੇ ਜੀ ਆਪ ਰਰੇ ਹਮ ਹੂੰ ਲਿਖੇ, ਜੀ ਕਹਿੰਦਾ ਆਪਨੇ ਉਚਰੇ ਜੀ ਹਮ ਨੇ ਲਿਖੇ ਜੀ ਭਗਤ ਨਾ ਕੋ ਦ੍ਰਿਸ਼ਟੇ। ਜੀ ਕਹਿੰਦੇ ਗੁਰੂ ਅਰਜਨ ਦੇਵ ਲਿਖਾਈ ਜਾਂਦੇ ਭਗਤ ਰਵਿਦਾਸ ਜੀ, ਭਗਤ ਕਬੀਰ ਜੀ, ਭਗਤ ਨਾਮਦੇਵ ਜੀ ਦਾ ਕੁਝ ਵੀ, ਜੀ। ਕਹਿੰਦੇ ਮੈਂ ਭਗਤ ਕੋਈ ਦੇਖਿਆ ਨਹੀਂ, ਮੈਂ ਕੋਈ ਭਗਤ ਨਹੀਂ ਦੇਖਿਆ ਨਹੀਂ। ਜੀ ਤੇ ਬਾਣੀ ਸਾਫ਼ ਹੋ ਗਈ। ਦੂਜੇ ਦਿਨ ਜਦੋਂ ਸਾਫ਼ ਹੋ ਗਈ ਤੇ ਗੁਰੂ ਅਰਜਨ ਦੇਵ ਜੀ ਉਹਨੂੰ ਪੁੱਛਦੇ ਆ, ਜੀ ਭਾਈ ਗੁਰਦਾਸ ਜੀ ਨੂੰ, ਭਾਈ ਗੁਰਦਾਸ ਜੀ ਨੂੰ, ਜੀ। ਵੀ ਕੋਈ ਕਾਰਵਾਈ ਪਾਈ ਆ, ਜੀ ਕੋਈ ਗੱਲ ਕੀਤੀ ਆ? ਕਹਿੰਦਾ ਜੀ ਨਹੀਂ। ਉਹਨੇ ਫਿਰ ਉਹਦੀ ਚਿੰਤਾ ਨੂੰ ਦੂਰ ਕਰਨੇ ਦੇ ਲਈ ਜੀ ਇਹ ਸ਼ਬਦ ਜਿਹੜਾ ਆ ਇਹ ਦਰਜ ਆ, ਕਹਿੰਦੇ ਇਹ ਕਾਰਨ ਗੁਰੂ ਰੂਪ ਦਿਖਾਏ ਜੀ ਦਾਸ ਚਿੱਤ ਭ੍ਰਮ ਰਹਿਣ ਨਾ ਪਾਏ, ਜੀ ਸਭੇ ਭਾਗਤ ਦੇਖੇ ਗੁਰਦਾਸ ਜੀ। ਤਬ ਮਾਇਆ ਮਨ ਭਈ ਉਦਾਸ। ਜੀ ਕਹਿੰਦੇ ਜਿਹੜੇ ਗੁਰਦਾਸ ਦੇ ਮਨ ਦੇ ਉੱਤੇ ਜਾਤ ਪਾਤ ਜੀ ਦਾ ਪਖੰਡ ਦਾ ਜੀ ਪਹਿਰਾ ਵਰਤ ਰਿਹਾ ਸੀ, ਜੀ। ਮਾਇਆ ਵਰਤ ਰਹੀ ਸੀ, ਜੀ ਜੀ ਫਿਰ ਗੁਰੂ ਸਾਹਿਬ ਨੇ ਆਪਣੇ ਰੂਪ ਦਿਖਾਏ ਕਿ ਸਾਰੇ ਤਾਂ ਕਿ ਇਹਦੇ ਦਿਲ ਚੋਂ ਭਰਮ ਮਿਟ ਜਾਵੇ। ਫਿਰ ਉਹਨਾਂ ਨੇ ਸਭੇ ਭਗਤ ਜਿਹੜੇ ਆ ਦੇਖੇ ਗੁਰਦਾਸ ਜੀ ਤਬ ਮਾਇਆ ਮਨ ਭਈ ਉਦਾਸ। ਕਿਉਂ ਕਿ ਭਾਈ ਗੁਰਦਾਸ ਜੀ ਨੂੰ ਗੁਰੂ ਸਾਹਿਬ ਨੇ ਹੁਕਮ ਕੀਤਾ ਸੀ ਕਿ ਭਾਈ ਜਦੋਂ ਮੈਂ ਰਚਨਾ ਦੁਬਾਰਾ ਸ਼ੁਰੂ ਕਰੂੰਗਾ ਇਸ ਸਥਾਨ ਤੇ ਆਉਂਗਾ, ਜੀ। ਤੂੰ ਆ ਪਰਦਾ ਚੱਕ ਕੇ ਹੀ ਦੇਖਣਾ ਆ, ਜਦ ਦੇਖਿਆ ਨਾ ਤੇ ਤੇਰੇ ਆਪੇ ਭਰਮ ਮਿਟ ਜਾਣੇ ਆ। ਤੇ ਜਦੋਂ ਪਰਦਾ ਚੱਕਿਆ ਤੇ ਉੱਤੇ ਪਰਮਪਿਤਾ ਪਰਮਾਤਮਾ ਅਕਾਲ ਪੁਰਖ ਅੰਤਰਜਾਮੀ ਸਤਿਗੁਰੂ ਰਵਿਦਾਸ ਮਹਾਰਾਜ ਆਪ ਵਿਰਾਜਮਾਨ ਸ਼ਬਦ ਬੋਲ ਰਹੇ ਆ। ਉੱਥੇ ਗੁਰੂ ਅਰਜਨ ਦੇਵ ਨਹੀਂ ਬੈਠੇ। ਜੀ ਬਿਲਕੁਲ ਜਦੋਂ ਸ਼ਬਦ ਬੋਲ ਰਹੇ ਆ ਫਿਰ ਇਹਦਾ ਸਮਰਥਨ ਹੋਇਆ। ਜੀ ਇਹ ਘਟਨਾ ਬਾਹਰ ਆਈ। ਜੀ। ਇਸ ਘਟਨਾ ਦਾ ਮਹਿਮਾ ਪ੍ਰਕਾਸ਼ ਦਾ ਕਰਤਾ ਸਰੂਪ ਦਾਸ ਭੱਲਾ ਆ। ਅੱਛਾ ਜੀ ਅੱਛਾ ਸਰੂਪ ਦਾਸ ਭੱਲਾ ਨੇ ਫਿਰ ਇਹ ਵਰਣਨ ਕੀਤਾ, ਜੀ। ਕਹਿੰਦਾ ਨਿਕਸੇ ਪਰਦੇ ਮੇ ਸੌ ਬਹੁਤ ਸੰਤ, ਕਿ ਜੀ। ਪਰਦੇ ਵਿੱਚੋਂ ਬਹੁਤ ਸਾਰੇ ਸੰਤ ਨਿਕਲੇ। ਵਾਹ ਜੀ ਵਾਹ। ਸੁੰਦਰ ਮੂਰਤ ਨਿਰਮਲ ਮੰਤ, ਜੀ ਸੁੰਦਰ ਮੂਰਤ ਕਹਿੰਦਾ ਸਾਰੇ ਸੰਤਾਂ ਦੀ ਜਿਹੜੀ ਸਰੂਪ ਚਿਹਰੇ ਸੀ, ਜਿਹੜੇ ਸਰੂਪ ਸੀ ਉਹ ਥੋੜੇ ਸੁੰਦਰ ਸੀ, ਜੀ ਤੇ ਉਹਨਾਂ ਦੀ ਜਿਹੜੇ ਬਚਨ ਸੀ ਉਹ ਬੜੇ ਸਿਆਣੇ ਸੀ। ਜੀ ਸਿੰਦਰ ਬਹੁਤ ਮੰਤ। ਕਹਿੰਦੇ ਫਿਰ ਇਸ ਘਟਨਾ ਦਾ ਵਰਣਨ ਭਾਈ ਸੰਤੋਖ ਸਿੰਘ ਜੀ। ਸ੍ਰੀ ਗੁਰੂ ਪ੍ਰਤਾਪ ਸੂਰਜ ਗ੍ਰੰਥ ਵਿੱਚ ਵੀ ਕੀਤਾ। ਵਾਹ ਜੀ ਵਾਹ। ਫਿਰ ਇਸ ਘਟਨਾ ਦਾ ਵਰਣਨ ਭਾਈ ਵੀਰ ਸਿੰਘ ਨੇ ਵੀ ਸਹਿਮਤੀ ਦਿੱਤੀ ਆ। ਜੀ ਜੀ ਭਾਈ ਵੀਰ ਸਿੰਘ ਨੇ ਵੀ ਸਹਿਮਤੀ ਦਿੱਤੀ ਆ। ਜੀ ਤੁਸੀਂ ਪੁੱਛਿਆ ਮੈਨੂੰ ਪ੍ਰਸ਼ਨ ਵੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੇ ਨਾਲ ਇਹ ਸ਼ੁਰੂ ਹੋ ਗਿਆ। ਜੀ ਜੀ ਇਹ ਪਹਿਲੀ ਘਟਨਾ ਆ ਜੀ। ਜਿਹੜਾ ਇਹ ਬੇਈਮਾਨੀ ਦੀ ਘਟਨਾ, ਜੀ। ਜਿਹਨਾਂ ਆਪਣਾ ਮਤਲਬ ਆਪ ਜੀ ਇੱਕ ਤਰ੍ਹਾਂ ਅਸੀਂ ਕਹਿ ਸਕਦੇ ਹਾਂ ਅਗਿਆਨਤਾ ਆਪ ਹੀ ਪ੍ਰਗਟ ਕਰ ਦਿੱਤੀ ਜੀ ਜੀ ਗੁਰੂ ਸਾਹਿਬ ਦੇ ਪ੍ਰਤੀ। ਕਿਉਂਕਿ ਗੁਰੂ ਅਰਜਨ ਦੇਵ ਬ੍ਰਹਮ ਗਿਆਨੀ, ਉਹ ਕਿੱਦਾਂ ਝੂਠ ਬੋਲਣ। ਸਹੀ ਗੱਲ ਹੈ।
ਬਿਲਕੁਲ ਇਸ ਕਰਕੇ ਜਦੋਂ ਇਹਨਾਂ ਘਟਨਾਵਾਂ ਦਾ ਵੀਰ ਸਿੰਘ ਵਰਗਿਆਂ ਨੇ ਵਰਣਨ ਕੀਤਾ ਜੀ ਤੇ ਵਡੰਬਨਾ ਦੇਖੋ, ਜੀ ਇੱਕ ਪਾਸੇ ਗੁਰੂ ਸਾਹਿਬ ਤੁਰਕੀ ਬਾਣੀ ਨੂੰ ਉਚਾਰਨ ਕਰ ਰਹੇ ਆ, ਜੀ, ਜੀ। ਦੂਜੇ ਵੇਲੇ ਇਹ ਜਿਹੜੇ ਦੁਨਿਆਵੀ ਪਖੰਡੀ ਲੇਖਕ ਆ, ਜੀ ਜੀ ਅਖੌਤੀ ਲੇਖਕ ਆ, ਜੀ ਉਸ ਆਪਣੀਆਂ ਸਾਜ਼ਿਸ਼ਾਂ ਹੋਰ ਰਚ ਰਹੇ ਆ। ਜੀ ਉਹ ਜਿਹੜੀ ਸਾਜ਼ਿਸ਼ ਦਾ ਮੈਂ ਤੁਹਾਨੂੰ ਕਹਿਣਾ ਚਾਹੁੰਦਾ ਉਹ ਇਹ ਆ ਜੀ ਕਿ ਗੁਰੂ ਅਰਜਨ ਦੇਵ ਦੇ ਉੱਤੇ ਵਿਸ਼ਵਾਸ ਨਾ ਕਰਕੇ ਜੀ। ਇੱਕ ਘਟਨਾ ਐਸੀ ਰਚ ਦਿੱਤੀ ਜੀ ਜਿਹੜੀ ਬਹੁਤ ਉਲਟ ਫੇਰ ਕਰਦੀ ਆ। ਜੀ ਉਸ ਬਾਰੇ ਵੀ ਸੰਗਤਾਂ ਨੂੰ ਜਾਣਕਾਰੀ ਦਿਓ ਜੀ। ਉਲਟ ਫੇਰ ਕੀ ਕਰਦੀ ਆ? ਜੀ ਸਾਰਾ ਸੰਸਾਰ ਜਾਣਦਾ ਜੀ। ਕਿ ਸਤਿਗੁਰੂ ਰਵਿਦਾਸ ਮਹਾਰਾਜ ਜੀ ਤੋਂ ਪਹਿਲਾਂ ਨਾਮਦੇਵ ਜੀ ਆਏ। ਜੀ ਬਿਲਕੁਲ ਨਾਮਦੇਵ ਜੀ ਅਕਤੂਬਰ 1350 ਚ ਚਲੇ ਜਾਂਦੇ ਆ। ਜੀ ਜੀ ਉਹਦੇ ਬਾਅਦ ਸਤਿਗੁਰੂ ਪਰਮਪਿਤਾ ਪਰਮਾਤਮਾ ਸਤਿਗੁਰੂ ਰਵਿਦਾਸ ਜੀ ਆਏ ਜੀ ਜੀ 1377 ਵਿੱਚ ਮਾਘ ਦੀ ਪੁੰਨਿਆ ਤੇ। ਜੀ ਜੀ ਬਿਲਕੁਲ ਉਹ 1377 ਚ ਆਏ। ਜੀ ਉਹਨਾਂ ਦੇ ਬਾਅਦ ਕਬੀਰ ਸਾਹਿਬ ਆਏ, ਜੀ ਉਹ 1398 ਚ ਆਏ। ਜੀ ਜੀ ਇਹਨਾਂ ਪਖੰਡੀਆਂ ਦੇ ਵਿੱਚ SGPC ਦੇ ਵਿੱਚ ਉਸ ਵੇਲੇ ਕੁਝ ਐਸੇ ਸ਼ਰਾਰਤੀ ਤੱਤ ਇਕੱਠੇ ਹੋਏ। ਜੀ ਜਿਹੜੀ ਘਟਨਾ ਮੈਂ ਦੱਸਣ ਲੱਗਾ ਇਹਦਾ ਵਰਣਨ ਵੀ ਜੀ ਡਾਕਟਰ ਰੂਪ ਸਿੰਘ ਦੀ ਕਿਤਾਬ ਵਿੱਚ ਆ। ਜੀ ਇਹ ਵੀ ਸਿੱਖ ਵਿਦਵਾਨ ਹਨ ਜੀ। ਸਿੱਖ ਵਿਦਵਾਨ ਆ। ਇਸ ਕਿਤਾਬ ਨੂੰ ਡਾਕਟਰ ਕਰਚਰਨ ਸਿੰਘ ਟੌੜਾ ਦੀ ਦੈਨ ਪ੍ਰੈਜ਼ੀਡੈਂਟ ਆਫ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਰਿਲੀਜ਼ ਕੀਤਾ। ਜੀ ਉਹਦੇ ਵਿੱਚ ਉਹਨਾਂ ਨੇ ਕਿਹਾ ਜੀ ਕਿ ਐਸਾ ਵਿਧਾਨ ਬਣਾ ਦਿਓ ਜੀ ਜਿਸ ਵਿਧਾਨ ਦੇ ਰਾਹੀਂ ਇਹ ਸਾਬਤ ਹੋ ਜਵੇ ਜੀ ਭਗਤਾਂ ਨੂੰ ਗੁਰੂ ਨਾਨਕ ਦੇਵ ਦੇ ਚੇਲੇ ਸਾਬਤ ਕਰਨਾ ਆ। ਇਹ ਲਾਈਨ ਇਦਾਂ ਹੀ ਲਿਖੀ ਆ ਜਿਹੜੀ ਮੈਂ ਤੁਹਾਨੂੰ ਦੱਸੀ ਆ। ਭਗਤਾਂ ਨੂੰ ਗੁਰੂ ਨਾਨਕ ਦੇ ਚੇਲੇ ਸਾਬਤ ਕਰਨੇ ਦੀ ਚਾਲ ਚੱਲੀ ਜਾਵੇ। ਜਦ ਕਿ ਸਤਿਗੁਰੂ ਰਵਿਦਾਸ ਮਹਾਰਾਜ ਦਾ ਜਦ ਕਿ ਵਕਤ ਵੀ ਕਲੀਅਰ ਕੱਟ ਹੈ ਇਤਿਹਾਸ ਵਿੱਚ ਜੀ, ਜੀ। ਕਿ ਗੁਰੂ ਨਾਨਕ ਦੇਵ 1469 ਚ ਆਉਂਦੇ ਅਪ੍ਰੈਲ ਚ। ਜੀ 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 ਬਿਲਕੁਲ ਜੀ ਬਿਲਕੁਲ ਇਸ ਘਟਨਾ ਨੇ ਪੇ ਨੂੰ ਪੁੱਤ ਤੇ ਪੁੱਤ ਨੂੰ ਪੇ ਬਣਾਉਣ ਦਾ ਪੂਰਾ ਯਤਨ ਕੀਤਾ। ਇਹ ਘਟਨਾ ਨਹੀਂ ਰੁਕੀ, ਜੀ ਜੀ ਇਹ ਘਟਨਾ ਘਟੀ, ਜੀ ਲੇਕਿਨ ਇਹਦੇ ਤੇ ਉਹਨਾਂ ਨੂੰ ਗੁਰੂ ਨਾਨਕ ਨਾਲ ਪਿਆਰ ਨਹੀਂ ਸੀਗਾ। ਜੀ ਜੀ ਉਹਨਾਂ ਨੂੰ ਗੁਰੂ ਅਰਜਨ ਦੇਵ ਜੀ ਨਾਲ ਪਿਆਰ ਨਹੀਂ ਸੀਗਾ। ਜੀ ਅਗਲੇ ਗੁਰੂਆਂ ਨਾਲ ਪਿਆਰ ਨਹੀਂ ਸੀਗਾ। ਜੀ। ਪਰ ਉਹਨਾਂ ਨੇ ਜਿਹੜਾ ਜਾਤੀ ਅਭਿਮਾਨ ਨੂੰ ਪੱਠੇ ਪਾਉਣੇ ਸੀ ਨਾ, ਜੀ ਬਿਲਕੁਲ ਇਹ ਗੱਲ ਕਹੀ ਜਾ ਸਕਦੀ ਹੈ। ਉਹਨਾਂ ਨੇ ਜਾਤੀ ਅਭਿਮਾਨ ਨੂੰ ਪੱਠੇ ਪਾਏ। ਜੀ ਇਹਦੇ ਵਿੱਚ ਉਹਨਾਂ ਨੇ ਫਿਰ ਤੁਸੀਂ ਆਪ ਦੇਖੋ ਧੰਨ ਭਾਗ ਜੀ ਵਧਾਈਆਂ ਜੀ ਪਰਮਾਤਮਾ ਇਦਾਂ ਦੇ ਇਤਿਹਾਸਕਾਰ ਪੈਦਾ ਕਰੇ। ਜੀ ਭਾਈ ਕਾਨ ਸਿੰਘ ਨਾਭਾ ਵਰਗੇ ਇਤਿਹਾਸਕਾਰ ਪੈਦਾ ਕਰੇ ਜੀ ਜਿਨ੍ਹਾਂ ਆਪਣੇ ਸ਼ਬਦਕੋਸ਼ ਵਿੱਚ ਜੀ ਇਨਕਾਰ ਕਰ ਦਿੱਤਾ। ਕਹਿੰਦੇ ਚਾਹੇ ਤੁਸੀਂ ਜੋ ਮਰਜ਼ੀ ਕਰੋ, ਜੀ ਤੁਸੀਂ ਜਿਹੜੀ ਮਰਜ਼ੀ ਗੱਲ ਕਰੋ, ਜੀ ਮੈਂ ਭਾਰਤੀ ਇਤਿਹਾਸ ਦੇ ਵਿੱਚ ਉਲਟ ਫੇਰ ਨਹੀਂ ਹੋਣ ਦੇਣਾ। ਗੁਰੂ ਨਾਨਕ ਦੇਵ ਛੋਟੇ ਆ, ਗੁਰੂ ਰਵਿਦਾਸ ਮਹਾਰਾਜ ਵੱਡੇ ਆ, ਕਬੀਰ ਸਾਹਿਬ ਵੱਡੇ ਆ, ਜੀ, ਜੀ। ਨਾਮਦੇਵ ਜੀ ਵੱਡੇ ਆ। ਜੀ, ਜੀ। ਇਹ ਕਦੀ ਹੋ ਨਹੀਂ ਸਕਦਾ। ਜੀ ਇੱਕ ਸੰਗਤਾਂ ਨੂੰ ਜਾਣਕਾਰੀ ਦਿਓ ਕਿ ਭਾਈ ਨਾਭ ਸਿੰਘ ਜੀ ਵੀ ਸਿੱਖ ਵਿਦਵਾਨ ਸਨ। ਬਿਲਕੁਲ ਜੀ ਇਹਦਾ ਮਤਲਬ ਭਾਈ ਕਿ ਕਾਨ ਸਿੰਘ ਨਾਭਾ ਸਿੱਖ ਵਿਦਵਾਨ ਸੀ ਜੀ। ਔਰ ਸੱਚੇ ਸੁੱਚੇ ਸਿੱਖ ਸੱਚੇ ਸੁੱਚੇ ਸਿੱਖ ਸੀ ਜੀ। ਜਿਨ੍ਹਾਂ ਨੂੰ ਸ਼ਰਧਾਂਜਲੀ ਦੇਣੀ ਵੀ ਬਣਦੀ ਆ ਗੁਰੂ ਸਾਹਿਬ ਦੇ ਜਨਮ ਦਿਨ ਤੇ। ਜੀ। ਔਰ ਉਹਨਾਂ ਨੇ ਔਰ ਉਹ ਪ੍ਰਭਾਵਿਤ ਹੋ ਚੱਲੇ ਸੀ। ਜੀ ਸ਼੍ਰੀ ਨਰੋਤਮ ਦਾਸ ਜੀ ਆ, ਜੀ ਇੱਕ ਮਹਾਪੁਰਸ਼ ਜੀ। ਇਤਿਹਾਸਕਾਰ ਆ, ਉਹ ਵੀ ਸਹਿਮਤ ਹੋ ਗਏ ਸੀ ਜੀ। ਵੀ ਦੇ ਦਿਓ ਪੁੱਠਾ ਰੁਪਏ ਕਿਹੜਾ। ਜੀ ਜੀ ਭਾਈ ਕਾਨ ਸਿੰਘ ਨਾਭਾ ਅੜ ਗਿਆ, ਜੀ ਪ੍ਰਿੰਸੀਪਲ ਗੰਡਾ ਸਿੰਘ ਅੜ ਗਿਆ, ਜੀ ਪ੍ਰਿੰਸੀਪਲ ਤੇਜਾ ਸਿੰਘ, ਪ੍ਰੋਫੈਸਰ ਗੰਡਾ ਸਿੰਘ ਅੜ ਗਿਆ। ਜੀ। ਬਹੁਤ ਵੱਡੇ ਵਿਦਵਾਨ ਸੀ ਜਿਨ੍ਹਾਂ ਨੂੰ ਬਾਅਦ ਚ ਮੁੱਢ ਵੀ ਤਾਰਨਾ ਪਿਆ। ਜੀ। ਤੇ ਮੈਂ ਇਹ ਗੱਲ ਕਹਿਣੀ ਚਾਹੁੰਦਾ ਜੀ ਕਿ ਜਿੱਥੇ ਗੁਰੂ ਅਰਜਨ ਦੇਵ ਜੀ ਜੀ ਸ੍ਰੀ ਗੁਰੂ ਰਵਿਦਾਸ ਜੀ ਨੂੰ ਜੀ ਐਡੀ ਵੱਡੀ ਜੀ ਐਡਾ ਵੱਡਾ ਜੀ ਸਤਿਕਾਰ ਦਿੰਦੇ ਆ, ਜੀ ਜੀ ਉਹ ਭਾਈ ਗੁਰਦਾਸ ਜੀ ਦੀਆਂ ਗੱਲਾਂ ਤੋਂ ਜੀ। ਉੱਪਰ ਉੱਠ ਕੇ ਜੀ ਮਾਨਵਤਾ ਨੂੰ ਜੀ ਉਪਦੇਸ਼ ਦਿੰਦੇ ਆ। ਜੀ। ਮਾਨਵਤਾ ਦੇ ਉਪਦੇਸ਼ ਦੇ ਵਿੱਚ ਗ੍ਰੰਥ ਦੇ ਵਿੱਚ ਵਰਣਨ ਕਰਦੇ ਆ ਜੀ। ਕਿ ਸਤਿਗੁਰੂ ਰਵਿਦਾਸ ਮਹਾਰਾਜ ਨੇ ਜੀ ਮਾਨਵਤਾ ਦੇ ਹਿੱਤ ਜੋ ਲੜਾਈ ਲੜੀ ਆ, ਉਸ ਲੜਾਈ ਨੂੰ ਹੀ ਗੁਰੂ ਨਾਨਕ ਦੇਵ ਜੀ ਨੇ ਅੱਗੇ ਤੋਰਿਆ। ਕਿਉਂਕਿ ਗੁਰੂ ਨਾਨਕ ਦੇਵ 92 ਸਾਲ ਰਵਿਦਾਸ ਜੀ ਜੀਆਂ ਤੋਂ ਛੋਟੇ ਆ। ਉਮਰ ਵਿੱਚ ਛੋਟੇ ਸਨ। ਜਦੋਂ ਗੁਰੂ ਨਾਨਕ ਦੇਵ ਆਏ ਆ ਉਦੋਂ ਦੁਨੀਆ ਦੇ ਉੱਤੇ ਸਤਨਾਮ ਦਾ ਡਾਂਕਾ ਵੱਜਦਾ ਸੀ। ਜੀ ਜੀ ਬਿਲਕੁਲ ਜੀ ਜਿਹਨੂੰ ਕਹਿੰਦੇ ਸੀ ਏਕ ਓਂਕਾਰ ਕਹਿੰਦੇ ਆ, ਇੱਕ ਗੁਰੂ ਨਾਨਕ ਸਾਹਿਬ ਦਾ ਸ਼ਬਦ ਆ। ਜੀ
ਓਂਕਾਰ ਰਵਿਦਾਸ ਮਹਾਰਾਜ ਦਾ ਸ਼ਬਦ ਆ, ਜੀ ਜੀ ਸਤਨਾਮ ਉਹਨਾਂ ਦਾ ਸ਼ਬਦ ਆ। ਜੀ, ਜੀ। ਜਦੋਂ ਉਹ ਕਹਿੰਦੇ ਆ ਤਾਂ ਮਹਾਰਾਜ ਨੇ ਉਸ ਵੇਲੇ ਓਂਕਾਰ ਸਤਨਾਮ ਹੈ ਆਦਿ ਅੰਤ ਸਭ ਸਤ ਜੀ ਉਚਾਰਿਆ। ਜੀ ਜਦੋਂ ਉਚਾਰਿਆ ਜੀ। ਤੇ ਇਹ ਘਟਨਾ ਇੱਥੇ ਵਰਣਨ ਹੋਈ ਜੀ ਉਸ ਵੇਲੇ। ਜੀ ਇਹਦਾ ਮੈਂ ਲੇਖ ਬਾਅਦ ਵਿੱਚ ਕਰੂੰਗਾ। ਉਸ ਵੇਲੇ ਇਹ ਜਿਹੜੇ ਮਹਾਪੁਰਸ਼ ਸੀ ਉਹਨਾਂ ਨੇ ਇਹਨਾਂ ਦੇ ਖੰਡਨ ਦੇ ਲਈ, ਇਹਨਾਂ ਨੂੰ ਦਰਕਾਰਨ ਦੇ ਲਈ ਜੀ। ਗੁਰਬਾਣੀ ਦੇ ਰਾਹੀਂ ਜੀ। ਆਪਣੇ ਬਹੁਤ ਸਾਰੇ ਸ਼ਬਦਾਂ ਦਾ ਉੱਤਰ ਦਿੱਤਾ। ਜੀ ਬਿਲਕੁਲ ਇਸ ਕਰਕੇ ਮੈਂ ਕਹਿਣਾ ਚਾਹੁੰਦਾ ਅਖੌਤੀ ਵਿਦਵਾਨਾਂ ਨੇ ਗੁਰੂ ਸਾਹਿਬ ਦੀ ਵਿਦਵਤਾ ਦੇ ਉੱਤੇ ਅਨੇਕਾਂ ਪ੍ਰਸ਼ਨਾਂ ਰੂਪੀ ਪਹਾੜ ਜੀ ਖੜੇ ਕੀਤੇ, ਸ਼ੰਕੇ ਖੜੇ ਕੀਤੇ, ਖੰਡਨ ਕੀਤੇ। ਜੀ ਸਿਰਫ ਉਹਨਾਂ ਨੂੰ ਗੁਰੂ ਰਵਿਦਾਸ ਜੀ ਦਾ ਤੇ ਗੁਰੂ ਨਾਨਕ ਦੇਵ ਜੀ ਦੇ ਪਿਆਰ ਨਾਲ ਕੋਈ ਮਤਲਬ ਨਹੀਂ ਸੀਗਾ, ਜੀ। ਉਹਨਾਂ ਦੇ ਜਾਤੀ ਅਭਿਮਾਨ ਦਾ ਮਤਲਬ ਸੀ। ਠੀਕ। ਪ੍ਰਿੰਸੀਪਲ ਸਾਹਿਬ ਇੱਥੇ ਇਹ ਗੱਲ ਕਹੀ ਜਾ ਸਕਦੀ ਆ ਕਿ ਕੁਝ ਲੋਕ ਜਿਹੜੇ ਜਾਤ ਅਭਿਮਾਨ ਦੇ ਵਿੱਚ ਆਣ ਕੇ ਜਿਨ੍ਹਾਂ ਨੇ ਗਲਤ ਕੰਮ ਕੀਤਾ, ਇਤਿਹਾਸ ਨੂੰ ਪਲਟਣ ਦਾ ਕੰਮ ਕੀਤਾ, ਉੱਥੇ ਹੀ ਸਿੱਖ ਵਿਦਵਾਨਾਂ ਵਿੱਚ ਵੀ ਸੱਚੇ ਸੁੱਚੇ ਵੀ ਵਿਦਵਾਨ ਸਨ ਜਿਨ੍ਹਾਂ ਨੇ ਇਸ ਗੱਲ ਤੋਂ ਇਨਕਾਰ ਕੀਤਾ ਕਿ ਜੋ ਗੁਰੂ ਰਵਿਦਾਸ ਔਰ ਗੁਰੂ ਨਾਨਕ ਦੇਵ ਜੀ ਦਾ ਆਪਸ ਵਿੱਚ ਪ੍ਰੇਮ ਪਿਆਰ ਹੈ ਉਹ ਸੱਚ ਹੈ ਔਰ ਜੋ ਮਿਲਣੀਆਂ ਹੋਈਆਂ ਉਹ ਸੱਚ ਹਨ। ਉਹਨਾਂ ਨੇ ਇਤਿਹਾਸ ਨੂੰ ਬਰਕਰਾਰ ਰੱਖਣ ਲਈ ਆਪਣੇ ਕਈ ਕੁਰਬਾਨੀਆਂ ਵੀ ਦਿੱਤੀਆਂ। ਇਹ ਗੱਲ ਕਹੀ ਜਾ ਹਾਂ, ਕੁਝ ਲੇਖਕ, ਬਹੁਤ ਵੱਡੀ ਲੇਖਕ ਆ ਜੀ ਪ੍ਰਿੰਸੀਪਲ ਜੀ ਡਾਕਟਰ ਕੁਲਵੰਤ ਕੌਰ ਜੀ, ਜੀ ਜੀ ਉਹਨਾਂ ਨੇ ਸ੍ਰੀ ਗੁਰੂ ਰਵਿਦਾਸ ਜੀ ਮਹਾਰਾਜ ਤੇ PhD ਕੀਤੀ ਹੈ ਬਾਣੀ ਤੇ। ਜੀ ਜੀ ਉਹਨਾਂ ਨੇ ਇਕੱਲੀ PhD ਨਹੀਂ ਕੀਤੀ, ਜੀ ਉਹਨਾਂ ਨੇ ਆਪਣੀ ਰੂਹ ਦੀ ਖੁਰਾਕ ਲੱਭੀ ਵਿੱਚੋਂ, ਜੀ ਬਿਲਕੁਲ ਉਹਨਾਂ ਨੇ ਵਰਣਨ ਕੀਤਾ। ਹੋਰ ਵੈਸੇ ਤਾਂ ਵਿਦਵਾਨ ਸਾਡੇ ਬਹੁਤ ਆ। ਜੀ ਜੀ ਪ੍ਰੋਫੈਸਰ ਲਾਲ ਸਿੰਘ ਜੀ ਲੁਧਿਆਣੇ ਵਾਲੇ, ਜੀ ਜੀ ਪ੍ਰੋਫੈਸਰ ਲੇਖਰਾਜ ਜੀ ਪ੍ਰਵਾਨਾ ਜੀ ਜੀ PhD, ਜੀ। ਔਰ ਉਹ ਪੰਜਾਬ ਵਿਧਾਨ ਸਭਾ ਦੇ ਜਨਰਲ ਸੈਕਟਰੀ ਰਹੇ ਆ। ਜੀ ਜੀ ਅਨੇਕਾਂ ਨੇ ਕਿਸੇ ਨਾ ਕਿਸੇ ਢੰਗ ਨਾਲ ਇਹਦਾ ਵਰਣਨ ਕੀਤਾ, ਜੀ ਪਰ ਕਿਉਂਕਿ ਵਿਦਵਾਨ ਜਿਹੜੇ ਉਹਨਾਂ ਦੇ ਵੇਲੇ ਦੇ ਸੀ, ਇਹਨੇ ਸਿੱਖ ਵਿਦਵਾਨਾਂ ਨੇ ਇਹਨਾਂ ਘਟਨਾ ਦਾ ਵਰਣਨ ਨਹੀਂ ਕੀਤਾ, ਇਸ ਘਟਨਾ ਨੂੰ ਛੁਪਾਉਣ ਦੇ ਵਿੱਚ ਯੋਗਦਾਨ ਪਾਇਆ। ਜੀ। ਉਹ ਜਿਹੜਾ ਆ ਉਹ ਸ਼ੁਭ ਨਹੀਂ ਪਾਇਆ। ਇਸ ਕਰਕੇ ਮੈਂ ਕਿਹਾ ਕਿ ਹਾਂ, ਗੁਰੂ ਗ੍ਰੰਥ ਸਾਹਿਬ ਦੀ ਰਚਨਾ ਤੋਂ ਹੀ ਇਹ ਵਿਰੋਧ ਚੱਲ ਪਿਆ ਸੀ। ਜੀ ਦੇਖੋ ਤੇ ਆਪਣੇ ਪ੍ਰਿੰਸੀਪਲ ਸਾਹਿਬ ਜੀ, ਜਿੱਥੇ ਤੁਸੀਂ ਐਡੀ ਵੱਡੀ ਜਾਣਕਾਰੀ ਦਿੱਤੀ ਆ ਕਿ ਗੁਰੂ ਗ੍ਰੰਥ ਸਾਹਿਬ ਜੀ ਦੀ ਰਚਨਾ ਤੋਂ ਹੀ ਇਸ ਸੱਚੇ ਸੌਦੇ ਦੀ ਜੋ ਸੱਚੀ ਘਟਨਾ ਹੈ ਇਸ ਦਾ ਵਿਰੋਧ ਚੱਲ ਪਿਆ, ਪਰ ਹੁਣ ਸੰਗਤਾਂ ਜਾਣਨਾ ਚਾਹੁੰਦੀਆਂ ਨੇ ਕਿ ਸੱਚਾ ਸੌਦਾ ਹੈ ਕੀ ਔਰ ਕਿਸ ਜਗ੍ਹਾ ਤੇ ਹੋਇਆ। ਇਸ ਬਾਰੇ ਸੰਗਤਾਂ ਨੂੰ ਜਾਣਕਾਰੀ ਦਿਓ। ਗੁਰਪ੍ਰੀਤ ਜੀ, ਜੀ ਜਿੰਨਾ ਇਤਿਹਾਸ ਮੈਂ ਪੜ੍ਹਿਆ, ਜੀ ਜੀ ਜਿੰਨੀ ਗੁਰੂ ਗ੍ਰੰਥ ਸਾਹਿਬ ਦਾ ਅਧਿਐਨ ਮੈਂ ਕੀਤਾ, ਜੀ ਜੀ ਜਿੰਨੀ ਗੁਰਬਾਣੀ ਮੈਂ ਜੀ ਜੀ ਕੰਠ ਕੀਤੀ ਆ, ਜੀ ਜੀ ਇਹ ਵੀ ਪਤਾ ਨਹੀਂ ਅਤ ਭਾਗ ਸੀ। ਜੀ ਮਹਾਰਾਜ ਰਾਮਾਨੰਦ ਜੀ ਨੇ ਮੈਨੂੰ ਬਹੁਤ ਪ੍ਰੇਰਿਤ ਕੀਤਾ। ਜੀ ਕਹਿੰਦੇ ਪਹਿਲਾਂ ਭਗਤਾਂ ਦੀ ਬਾਣੀ ਪੜ੍ਹਨੀ ਆ, ਜੀ ਜੀ ਉਹ ਤੋਂ ਬਾਅਦ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਪੜ੍ਹਨੀ ਆ। ਜੀ ਗੁਰੂ ਇਹ ਬਾਣੀ ਅਥਾਹ ਸਮੁੰਦਰ ਆ, ਜੀ ਮੈਂ ਇਹ ਬਾਣੀ ਪੜ੍ਹੀ। ਜੀ ਉਸ ਆਧਾਰ ਦੇ ਉੱਤੇ ਮੈਂ ਇਹ ਗੱਲ ਕਹਿ ਸਕਦਾ ਹਾਂ ਜੀ ਕਿ ਸੱਚਾ ਸੌਦਾ ਘਟਨਾ ਹੋਈ ਆ। ਜੀ ਹਾਲਾਂਕਿ ਅਗਰ ਹੂਬਹੂ ਵੀ ਚਿੱਤਰ ਆ ਜਾਵੇ ਸਾਹਮਣੇ, ਜੀ ਸਾਬਤ ਹੋ ਜਾਵੇ ਕਿ ਗੁਰੂ ਨਾਨਕ ਦੇਵ ਗੁਰੂ ਰਵਿਦਾਸ ਜੀ ਦੇ ਸੇਵਕ ਆ, ਜੀ ਤਾਂ ਗੁਰੂ ਨਾਨਕ ਦੇਵ ਨੇ ਛੋਟਾ ਨਹੀਂ ਹੋ ਜਾਣਾ ਜੀ ਬਿਲਕੁਲ। ਤੇ ਸ੍ਰੀ ਗੁਰੂ ਰਵਿਦਾਸ ਜੀ ਮਹਾਰਾਜ ਜੀ ਨੇ ਵੱਡਾ ਨਹੀਂ ਹੋ ਜਾਣਾ। ਇੱਕ ਗੱਲ। ਜੀ ਦੂਜਾ, ਦੋਨੇ ਰੂਹਾਨੀਅਤ ਦੇ ਪਹੁੰਚਿਆ, ਦੋਨੇ ਰੱਬ ਹੋਇਆ, ਦੋਵੇਂ ਖੁਦਾ ਆ, ਜੀ ਜੀ ਦੋਨਾਂ ਨੇ ਦੁਨੀਆ ਨੂੰ ਤਾਰਿਆ। ਜੀ ਦੋਨਾਂ ਦੀ ਜੇ ਸੱਚੀ ਘਟਨਾ ਹੋ ਜਾਵੇ ਤਾਂ ਵੀ, ਝੂਠੀ ਘਟਨਾ ਸਾਬਤ ਹੋ ਜਾਵੇ ਤਾਂ ਵੀ, ਜੀ ਲੇਕਿਨ ਜਿਹੜਾ ਉਹਨਾਂ ਨੇ ਕਰਮ ਕਮਾਇਆ ਉਹ ਅੱਜ ਦੁਨੀਆ ਨੂੰ ਯਾਦ ਆ। ਯਾਦ ਹੈ, ਬਿਲਕੁਲ ਸੱਚ ਹੈ ਜੀ। ਇਹ ਸੱਚ ਆ। ਜੀ। ਹੁਣ ਆਈ ਗੱਲ ਘਟਨਾ ਦੀ। ਜੀ ਘਟਨਾ ਇਹ 1469 ਚ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਜਨਮ ਧਾਰਦੇ ਆ। ਜੀ ਇਹ 13 ਕੁ ਸਾਲ ਦੇ, ਹੁਣ 13-14 ਸਾਲ ਦੇ ਆ। ਜੀ ਤੁਸੀਂ ਲਾ ਲਓ ਵੀ 1482-83 ਦੀ ਇਹ ਘਟਨਾ ਆ। ਜੀ ਜੀ ਸ੍ਰੀ ਗੁਰੂ ਰਵਿਦਾਸ ਜੀ ਮਹਾਰਾਜ, ਜੀ ਸਤਿਗੁਰੂ ਕਬੀਰ ਜੀ ਮਹਾਰਾਜ ਜੀ ਆਪਣੇ 3 ਸਾਥੀਆਂ ਦੇ ਨਾਲ ਜੀ ਪੰਜਾਬ ਹੁੰਦੇ ਹੋਏ, ਜੀ ਯੂਪੀ ਹੁੰਦੇ ਹੋਏ, ਹਰਿਆਣਾ ਹੁੰਦੇ ਹੋਏ, ਪੰਜਾਬ ਹੁੰਦੇ ਹੋਏ, ਰਾਜਸਥਾਨ ਦੇ ਰਾਹੀਂ ਜੀ ਚੂੜਗਾਣਾ ਪਹੁੰਚਦੇ ਆ। ਜੀ ਉੱਥੇ ਇੱਕ ਸੰਤ ਸੰਮੇਲਨ ਦੇ ਵਿੱਚ ਮੇਲ ਹੁੰਦਾ ਆ। ਜੀ ਮੈਂ ਕਹੂੰਗਾ ਕਿ ਡਾਕਟਰ ਕੁਲਵੰਤ ਕੌਰ ਜੀ ਤਾਂ ਇਹ ਗੱਲ ਵੀ ਕਹਿੰਦੀ ਆ ਜੀ। ਕਿ ਮਹਾਪੁਰਸ਼ਾਂ ਨੇ ਆਪਣੇ ਮਿਸ਼ਨ ਨੂੰ ਅੱਗੇ ਤੋਰਨ ਦੇ ਲਈ ਜੀ ਸ੍ਰੀ ਗੁਰੂ ਰਵਿਦਾਸ ਜੀ ਮਹਾਰਾਜ ਨੂੰ
ਆਪ ਆਜ਼ਾਦ ਕੀਤਾ। ਜੀ ਬਿਲਕੁਲ ਜੀ। ਜਦੋਂ ਉੱਥੇ ਪਹੁੰਚਦੇ ਆ, ਜੀ ਸਤਨਾਮ ਦਾ ਉੱਥੇ ਅਦਘੋਸ਼ ਹੁੰਦਾ। ਜੀ ਗੁਰੂ ਨਾਨਕ ਦੇਵ ਜੀ, ਬਾਲ ਗੁਰੂ ਨਾਨਕ ਦੇਵ ਜੀ ਜੀ ਆਪਣਾ ਸ਼ਬਦ ਸਤ ਕਰਤਾਰ ਬੋਲਦੇ ਆ, ਜੀ ਕਿਉਂਕਿ ਇਹ ਨਿਸ਼ਾਨੀ ਸੀ ਉਹਨਾਂ ਦੀ। ਜੀ ਜੀ ਕਬੀਰ ਸਾਹਿਬ ਆਪਣਾ ਸ਼ਬਦ ਸਤ ਸਾਹਿਬ ਬੋਲਦੇ ਆ। ਜੀ ਤੇ ਉਹ ਮਹਾਰਾਜ ਨੂੰ ਕਹਿੰਦੇ, ਮਹਾਰਾਜ ਜੀ ਹੁਣ ਤੁਸੀਂ ਵੀ ਕੁਝ ਬੋਲੋ। ਤੇ ਮਹਾਰਾਜ ਕਹਿੰਦੇ ਸਤਨਾਮ, ਜੀ ਉਹ ਓਂਕਾਰ ਹੈ ਸਤਨਾਮ। ਜਦੋਂ ਬੋਲਦੇ ਆ ਜੀ। ਤੇ ਤਿੰਨਾਂ ਰੂਹਾਂ ਨੂੰ ਪਤਾ ਲੱਗ ਗਿਆ ਸਾਡਾ ਇਹ ਮੇਨ ਮੁੱਦਾ ਸੀ ਜਿਹੜਾ ਸੀ ਅੱਜ, ਤੇ ਉੱਥੇ ਉਹ ਇਕੱਠੇ ਹੁੰਦੇ ਆ। ਜੀ ਬਿਲਕੁਲ ਜੀ ਬਿਲਕੁਲ ਬਿਲਕੁਲ। ਜਦੋਂ ਇਹ ਉਸ ਘਟਨਾ ਤੇ ਇਹ ਸੌਦਾ ਹੁੰਦਾ ਆ, ਜੀ ਜਦੋਂ ਉਹਦੇ ਬਾਅਦ ਸੱਚੇ ਸੌਦੇ ਵੇਲੇ ਜਿਹੜੇ 20 ਰੁਪਏ ਦਾ ਲੰਗਰ ਆ, ਜੀ। ਉਹ ਮਹਾਰਾਜ ਨੂੰ ਤਿਆਰ ਕਰਕੇ ਛਕਾਇਆ ਜਾਂਦਾ ਆ। ਜੀ ਜੀ ਵੀਰ ਅਜਿਤ। ਤੇ ਗੁਰੂ ਨਾਨਕ ਦੇਵ ਜੀ ਕਹਿੰਦੇ, ਬਾਲਾ ਕਹਿੰਦਾ ਮਹਾਰਾਜ ਜੀ ਇਹ ਕੀ? ਜੀ। ਤੇ ਮਹਾਰਾਜ ਕਹਿੰਦੇ ਇਹ ਤੋਂ ਵਧੀਆ ਸੱਚਾ ਸੌਦਾ ਕੋਈ ਹੋਰ ਹੋ ਨਹੀਂ ਸਕਦਾ। ਜੀ ਜੀ ਸਿੱਖ ਵਿਦਵਾਨਾਂ ਨੇ ਇਸ ਘਟਨਾ ਦਾ ਵਰਣਨ ਨਹੀਂ ਕੀਤਾ, ਜੀ ਲੇਕਿਨ ਪ੍ਰੋਫੈਸਰ ਜਿਹੜੇ ਪ੍ਰਿੰਸੀਪਲ ਕੁਲਵੰਤ ਕੌਰ ਆ, ਜੀ ਜੀ ਡਾਕਟਰ ਸਾਹਿਬ, ਉਹਨਾਂ ਨੇ ਵਰਣਨ ਕੀਤਾ। ਜੀ ਉਹ ਕਹਿੰਦੇ ਜਿਨ੍ਹਾਂ ਨੂੰ ਭੁੱਖੇ ਸਾਧੂ ਕਹਿੰਦੇ ਹਾਂ, ਜੀ ਜੀ ਹੋਵੇਗਾ ਨਹੀਂ ਗਾ ਵਰਤਦੇ ਹੋ ਜੀ ਨਾ। ਉਹ ਕਹਿੰਦੇ ਜਿਨ੍ਹਾਂ ਨੂੰ ਭੁੱਖੇ ਸਾਧੂ ਕਹਿੰਦੇ ਆ, ਜੀ ਮੈਂ ਨਿਸ਼ਚਿਤ ਤੌਰ ਤੇ ਕਹਿੰਦੀ ਆ ਜਿਹੜੇ ਸ਼ਬਦ ਉਹਨਾਂ ਨੇ ਲਿਖੇ ਮੈਂ ਉਹੀ ਕਹਿਣ ਲੱਗਾ। ਜੀ ਉਸ ਘਟਨਾ ਦੇ ਵਿੱਚ, ਚੂੜਕਾਣੇ ਦੇ ਵਿੱਚ, ਜੀ ਜਿਨ੍ਹਾਂ ਨੂੰ ਗੁਰੂ ਨਾਨਕ ਦੇਵ ਜੀ ਮਿਲੇ ਜੀ ਉਸ ਵੇਲੇ, ਉਹਨਾਂ ਵਿੱਚ ਸ਼੍ਰੀ ਗੁਰੂ ਰਵਿਦਾਸ ਜੀ ਮਹਾਰਾਜ ਸ਼ਬਦ ਲਿਖਿਆ ਉਹਨਾਂ ਨੇ। ਵਾਹ ਜੀ ਵਾਹ, ਕੀ ਬਾਤ। ਸ਼੍ਰੀ ਗੁਰੂ ਰਵਿਦਾਸ ਜੀ ਮਹਾਰਾਜ ਅਤੇ ਜੀ ਸਤਿਗੁਰੂ ਕਬੀਰ ਹਾਜ਼ਰ ਸਨ। ਕੀ ਬਾਤ। ਇਹ ਡਾਕਟਰ ਕੁਲਵੰਤ ਕੌਰ ਲਿਖਦੇ ਆ, ਹਾਜ਼ਰ ਸਨ। ਜੀ ਤੇ 1499 ਦੇ ਵਿੱਚ ਜੀ ਗੁਰੂ ਨਾਨਕ ਦੇਵ ਜੀ ਬੇਈ ਨਦੀ ਦੇ ਵਿੱਚ ਚੁੱਭੀ ਮਾਰਦੇ ਆ, ਜੀ ਜੀ ਤੇ ਤੀਜੇ ਦਿਨ ਬਾਅਦ ਪ੍ਰਗਟ ਹੁੰਦੇ ਆ ਜੀ ਬ੍ਰਹਮ ਗਿਆਨ ਲੈ ਕੇ। ਉਹ ਆਪਣੇ ਅਸਲ ਸਥਾਨ ਤੋਂ 2.5 ਕਿਲੋਮੀਟਰ ਦੂਰ ਸੰਤ ਘਾਟ ਗੁਰਦੁਆਰਾ ਆ ਜੀ ਸੁਲਤਾਨਪੁਰ ਦੇ ਵਿੱਚ, ਜੀ ਜੀ ਜਿਹੜਾ ਅਜੇ ਵੀ ਬੇਆਬਾਦ ਵਰਗਾ ਹੀ ਆ। ਜੀ। ਰੰਗ ਭਾਵੇਂ ਉਹਨੂੰ ਕਰਾਤਾ ਇਹਨਾਂ ਨੇ। ਜੀ ਜੀ ਜਦ ਕਿਦਾ ਮੈਂ ਦੇਖਦਾ 1982-83 ਦਾ, ਜੀ ਜੀ 1982-83 ਦੀ ਘਟਨਾ ਇਹਦਾ ਜੇਕਰ ਲੇਖਰਾਜ ਪਰਵਾਨਾ ਜੀ ਨੇ ਵੀ ਕੀਤਾ ਆਪਣੀ ਕਵਿਤਾ 'ਚ। ਜੀ ਉਸੇ ਉਹਦਾ ਹੀ ਵਰਣਨ ਪ੍ਰੋਫੈਸਰ ਲਾਲ ਸਿੰਘ ਲੁਧਿਆਣੇ ਵਾਲਿਆਂ ਨੇ ਵੀ ਕੀਤਾ ਹੈ। ਜੀ ਬਹੁਤੇ ਵਿਦਵਾਨਾਂ ਨੇ ਉਹਨਾਂ ਦੀ ਘਟਨਾ ਦਾ ਵਰਣਨ ਕੀਤਾ। ਉਹ ਕਹਿੰਦੇ ਜਦੋਂ 1499 ਵਿੱਚ ਬੇਈ ਨਦੀ ਵਿੱਚ ਛਾਲ ਮਾਰਨ ਉਪਰੰਤ ਗੁਰੂ ਨਾਨਕ ਦੇਵ ਜੀ ਜੀ ਸੰਤ ਘਾਟ ਗੁਰਦੁਆਰੇ ਦੇ ਵਿੱਚ ਜਿੱਥੇ ਸੰਤ ਸੰਮੇਲਨ ਸੀ ਚੱਲਦਾ ਪ੍ਰਗਟ ਹੋਏ, ਜੀ ਉੱਥੇ ਸਤਿਗੁਰੂ ਰਵਿਦਾਸ ਮਹਾਰਾਜ, ਕਬੀਰ ਸਾਹਿਬ ਤੇ ਉਹੀ ਤਿੰਨ ਸੰਤ ਨਾਲ ਸੀ। ਜੀ ਜੀ ਇਹ ਸੈਕੰਡ ਮਿਲਣੀ ਹੋਈ ਹੈ। ਇਹ ਸੈਕੰਡ ਮਿਲਣੀ ਦੇ ਵਿੱਚ ਉੱਥੇ ਸੀ। ਉੱਥੇ ਕਹਿੰਦੇ ਇਹਨਾਂ ਨੇ ਮੂਲ ਮੰਤਰ ਦੀ ਰਚਨਾ ਕੀਤੀ ਆ। ਜੀ ਏਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰਗ। ਜੀ ਜੀ ਇਸ ਮੂਲ ਮੰਤਰ, ਇਹ ਸਾਂਝਾ ਮੂਲ ਮੰਤਰ ਆ। ਜੀ ਜੀ ਬਿਲਕੁਲ। ਜਿਹੜੀ ਸਿੱਖਿਆ ਗੁਰੂ ਨਾਨਕ ਸਾਹਿਬ ਦੇ ਅਗਲਾ ਸ਼ਬਦ ਮੈਂ ਬੋਲਣਾ, ਉਹਦੇ ਵਿੱਚ ਉਹਨਾਂ ਨੇ ਚੌਹਾਂ ਮਹਾਂਪੁਰਸ਼ਾਂ ਦਾ ਨਾਮ ਲਿਆ। ਉਹਦੇ ਵਿੱਚ ਇਹ ਚਾਰੇ ਸੰਤ ਜੀ ਦਾ ਯੋਗਦਾਨ ਆ। ਜੀ ਜੀ ਪ੍ਰਤੱਖ ਜਿਹੜੀ ਹਾਜ਼ਰੀ ਉਹ ਦੋਹਾਂ ਦੀ ਆ। ਜੀ ਉਹਦੇ ਵਿੱਚ ਇਹ ਆ ਕਿ ਗੁਰੂ ਨਾਨਕ ਸਾਹਿਬ ਕਹਿੰਦੇ ਵੀ ਜਦੋਂ ਤੁਸੀਂ ਕਹਿੰਦੇ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ, ਜਿਹੜਾ ਓਂਕਾਰ ਸ਼ਬਦ ਆ, ਜੇ ਆਪਾਂ ਓਂਕਾਰ ਦੇ ਮੂਹਰੇ ਇੱਕ ਲਾ ਦਈਏ, ਜੀ ਜੀ ਬਿਲਕੁਲ ਇੱਕ ਲਾ ਦਈਏ, ਤੇ ਮਹਾਰਾਜ ਰਵਿਦਾਸ ਮਹਾਰਾਜ ਕਹਿਣ ਲੱਗੇ ਫਿਰ ਇਹਦੇ ਵਿੱਚ ਤਾਂ ਕੋਈ ਇਤਰਾਜ਼ ਵਾਲੀ ਗੱਲ ਨਹੀਂ, ਇਹ ਤਾਂ ਬਹੁਤ ਵੱਡੀ ਗੱਲ ਆ। ਜੀ ਇਸ ਘਟਨਾ ਦਾ ਵਰਣਨ ਡਾਕਟਰ ਰਤਨ ਸਿੰਘ ਜੱਗੀ ਕਰਦੇ ਆ। ਜੀ ਕਹਿੰਦੇ ਜਦੋਂ ਮੂਲ ਮੰਤਰ ਦੀ ਰਚਨਾ ਹੋਈ, ਜੀ ਉਸ ਵੇਲੇ ਉਹ ਤਤਕਾਲੀ ਸਮੇਂ ਦੇ ਵਿੱਚ ਬਾਹਮਣਾਂ ਦਾ ਮਸ਼ਹੂਰ ਸੀ ਜੀ ਬ੍ਰਹਮ ਜੀ ਤੇ ਬ੍ਰਹਮ ਤੇ ਪਰਮੇਸ਼ਰ, ਜੀ ਜੀ ਬ੍ਰਹਮ ਤੇ ਪਾਰ ਬ੍ਰਹਮ। ਜੀ ਉਹ ਜਿਹੜਾ ਪਾਰ ਬ੍ਰਹਮ ਸੀ, ਉਹਨਾਂ ਨੇ ਉਹ ਕਹਿੰਦੇ ਵੀ ਲੋਕਾਂ ਨੇ ਆਪਣਾ, ਤਤਕਾਲੀ ਲੋਕਾਂ ਨੇ ਜੀ। ਆਪਣਾ ਆਪਣਾ ਬ੍ਰਹਮ ਸਿਰਜਿਆ ਸੀ। ਜੀ ਬਾਹਮਣ ਸੋਚਦੇ ਸੀ ਸਾਡਾ ਬ੍ਰਹਮ ਆ ਪਿਆ, ਹੋ ਰਿਹਾ। ਹਮ, ਖੱਤਰੀ ਸੋਚਦੇ ਵੀ ਸਾਡਾ ਬ੍ਰਹਮ ਹੋ ਰਿਹਾ, ਜੀ ਤੇ ਬਾਹਮਣ ਸੋਚਦੇ ਵੀ ਸ਼ੂਦਰਾਂ ਦਾ ਬ੍ਰਹਮ ਹੋ ਰਿਹਾ ਪੈਦਾ ਕਰਨ ਵਾਲਾ, ਜੀ ਤੇ ਵੈਸ਼ ਸੋਚਦੇ ਸੀ ਵੀ ਪਤਾ ਨਹੀਂ ਸਾਡਾ ਬ੍ਰਹਮ ਹੋ ਰਿਹਾ। ਜੀ ਗੁਰੂ ਨਾਨਕ ਦੇਵ ਜੀ ਨੇ ਸਾਰਿਆਂ ਦੇ ਖੰਡਨ ਖੰਡਨ ਕਰਕੇ, ਜੀ ਰੱਦ ਕਰਕੇ, ਜੀ ਜਾਤ-ਪਾਤ ਨੂੰ ਰੱਦ ਕਰਕੇ ਜੀ। ਉਹਨਾਂ ਨੇ ਇੱਕ ਸ਼ਬਦ ਲਾਇਆ। ਔਰ ਵਿਦਵਾਨ ਰਤਨ ਸਿੰਘ ਜੱਗੀ ਲਿਖਦੇ ਆ ਕਿ ਉਹਨਾਂ ਨੇ ਬ੍ਰਹਮ ਦੀ ਨੂੰ, ਜੀ
ਕਿਉਂਕਿ ਬ੍ਰਾਹਮਣਾਂ ਨੇ ਬ੍ਰਾਹਮਣ ਦਾ ਪਤਾ ਨਾ ਹੋਣ ਦੇ ਬਾਵਜੂਦ ਜੀ। ਇਹ ਬ੍ਰਾਹਮਣ ਜਾਤ ਬਣਾਈ ਹੋ ਸੀ। ਜੀ ਜੀ ਉਹ ਕਹਿੰਦੇ ਬ੍ਰਾਹਮਣ ਦੀ ਬ੍ਰਹਮ ਗਿਆਨੀ ਜਾਤ ਹੀ ਨਹੀਂ ਹੁੰਦੀ ਕੋਈ ਵੀ। ਜੀ 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 ਬਿਲਕੁਲ ਬ੍ਰਹਮ ਗਿਆਨੀ ਜੱਦੀ ਨਹੀਂ ਹੁੰਦਾ। ਜੀ ਇਸ ਕਰਕੇ ਉਹਨਾਂ ਨੇ ਏਕ ਓੰਕਾਰ ਸ਼ਬਦ ਲਾਇਆ। ਜੀ ਜੀ ਬਿਲਕੁਲ ਏਕ ਓੰਕਾਰ ਜਿਹੜਾ ਏਕ ਓੰਕਾਰ ਕੀਤਾ, ਗੁਰੂ ਨਾਨਕ ਸਾਹਿਬ ਨੇ ਸਾਬਤ ਕੀਤਾ ਕਿ ਦੁਨੀਆ ਤੇ ਕੋਈ 5 ਓੰਕਾਰ ਨਹੀਂ, 3 ਨਹੀਂ, 4 ਨਹੀਂ, 2 ਨਹੀਂ, ਜੀ ਓੰਕਾਰ ਪਾਰ ਬ੍ਰਹਮ ਪਰਮੇਸ਼ਰ ਇੱਕ ਇੱਕ ਆ, ਹੀ ਹੈ ਜੀ ਬ੍ਰਹਮ ਇੱਕੋ ਹੀ ਆ। ਜੀ। ਇਸ ਕਰਕੇ ਉਹਨਾਂ ਨੇ ਓੰਕਾਰ ਸਤਨਾਮ ਆਦਿ ਅੰਤ ਸਭ ਸਤ, ਉਹਨਾਂ ਨੇ ਕਿਹਾ ਕਿ ਜਿਹੜਾ ਇੱਕ ਜੀ ਓੰਕਾਰ ਆ, ਜੀ ਜਿਹੜਾ ਬ੍ਰਹਮ ਆ, ਜਿਹੜਾ ਕਰਤਾ ਆ, ਜਿਹੜਾ ਕਰਤਾਰ ਆ, ਜੀ ਉਹ ਸਾਰੇ ਜਿਹੜੇ ਕੰਮ ਕਰਦਾ ਆ ਸਤਨਾਮ ਦੇ ਨਾਂ ਤੇ ਕਰਦਾ ਆ, ਨਾਮ ਤੇ। ਸਤਨਾਮ ਦੀਆਂ ਪਾਵਰਾਂ ਤੇ ਕਰਦਾ ਆ। ਜੀ ਜੀ ਬਿਲਕੁਲ ਤੇ ਸ੍ਰੀ ਗੁਰੂ ਰਵਿਦਾਸ ਮਹਾਰਾਜ ਕਹਿੰਦੇ ਇਹਦਾ ਓੰਕਾਰ ਸਤਨਾਮ ਹੈ, ਆਦ ਅੰਤ ਸਭ ਸਤ, ਜੀ। ਜਿਹਨੂੰ ਕਈ ਵਾਰ ਕਹਿ ਕੇ ਆਦ ਸੱਚ, ਜੁਗਾਦ ਸੱਚ, ਹੈ ਵੀ ਸੱਚ, ਨਾਨਕ ਹੋਸੀ ਵੀ ਸੱਚ। ਅੱਖਰਾਂ ਦਾ ਫੇਰ ਬਦਲਿਆ, ਗੱਲ ਉਹੀ ਕਹੀ ਜਾਂਦੀ। ਗੱਲ ਉਹੀ, ਕਿਉਂਕਿ ਸੀਗੇ ਇੱਕ ਜਾਣ। ਜੀ, ਉਹ ਜੀ। ਕਹਿੰਦੇ ਜਿਹੜਾ ਸਤਨਾਮ ਆ, ਜੀ ਕਰਤਾ ਪੁਰਖ, ਜੀ ਜਿਹੜਾ ਦੁਨੀਆ ਦਾ ਕਰਤਾ ਪੁਰਖ ਆ, ਜੀ ਜੀ ਉਹੀ ਸਤਨਾਮ ਆ। ਸਤਨਾਮ ਹੀ ਕਰਤਾ ਪੁਰਖ ਹੈ। ਜੀ ਬਿਲਕੁਲ ਜੀ ਬਿਲਕੁਲ ਨਿਰਭਉ, ਸਤਨਾਮ ਹੀ ਨਿਰਭਉ ਹੈ। ਜੀ ਬਿਲਕੁਲ ਜੀ ਨਿਰਵੈਰ, ਜੀ। ਸਤਨਾਮ ਹੀ ਨਿਰਵੈਰ ਹੈ। ਜੀ ਜੀ ਸਤਨਾਮ ਹੀ ਅਕਾਲ ਮੂਰਤ ਆ, ਵਾਹ ਜੀ ਵਾਹ, ਕੀ ਬਾਤ। ਜਿਹੜਾ ਨਾ ਮਰਦਾ ਹੈ ਨਾ ਜੰਮਦਾ ਆ। ਜੀ ਸਤਨਾਮ ਹੀ ਅਕਾਲ ਮੂਰਤ ਆ। ਜੀ ਜੀ ਅਜੂਨੀ, ਜਿਹੜਾ ਜੂਨਾ ਤੋਂ ਰਹਿਤ ਆ, ਜੀ। ਜਿਹੜਾ ਜਨਮਨ ਤੋਂ ਮਰਨ ਤੋਂ ਰਹਿਤ ਆ, ਜੀ ਸਤਨਾਮ ਹੀ ਆ। ਸਹਿਭੰਗ, ਸਹਿਭੰਗ ਬਹੁਤਿਆਂ ਨੂੰ ਨਹੀਂ ਪਤਾ ਇਹਦਾ ਅਰਥ। ਜੀ। ਇਹਦਾ ਸਹਿਭੰਗ ਦਾ ਅਰਥ ਆ ਜੀ ਕਿ ਉਹ ਤਾਕਤ ਜੀ ਜਿਹੜੀ ਨਾ ਤਾਂ ਕੋਈ ਪੈਦਾ ਕਰ ਸਕਦਾ ਹੈ, ਜੀ ਜੀ ਜਿਹਨੂੰ ਨਾ ਕੋਈ ਮਾਰ ਸਕਦਾ ਹੈ। ਜੀ ਆਪਣੇ ਆਪ ਪਰਮਾਤਮਾ ਪਾਰ ਬ੍ਰਹਮ ਪਰਮੇਸ਼ਰ। ਜੀ। ਸਹਿਭੰਗ ਦਾ ਮਤਲਬ ਆ ਸਹਿਭੰਗ ਪਾਰ ਬ੍ਰਹਮ, ਉਹ ਆਪ ਸਤਨਾਮ ਆਪ ਸਹਿਭੰਗ ਆ, ਜੀ ਜੀ ਕਰਤਾਰ ਆਪ ਮੰਗਿਆ। ਜੀ। ਕਹਿੰਦੇ ਫਿਰ ਮਿਲਣਾ ਕਿੱਥੋਂ? ਕਹਿੰਦੇ ਗੁਰਪ੍ਰਸਾਦ, ਵਾਹ ਜੀ ਵਾਹ, ਕੀ ਬਾਤ। ਗੁਰਪ੍ਰਸਾਦ, ਗੁਰਪ੍ਰਸਾਦ। ਸੋ ਇਸ ਕਰਕੇ ਇਹ ਜਿਹੜਾ ਸੱਚਾ ਸੌਦਾ ਆ, ਜੀ ਜੀ ਇਹ ਸੱਚੇ ਸੌਦੇ ਨੇ ਵਰਲਡ ਤਾਰਿਆ, ਜੀ। ਵਿਸ਼ਵ ਵਿਆਪੀ ਧਾਰਨਾ ਦਿੱਤੀ ਆ। ਜੀ, ਜੀ। ਜਿਹੜਾ ਮਰਜ਼ੀ ਇਹਨੂੰ ਤਾਰ ਕੇ ਕਰ ਸਕਦਾ ਆ। ਜੀ, ਜੀ। ਤੇ ਹੁਣ ਤੁਸੀਂ ਸਮਝ ਸਕਦੇ ਆ ਜੀ, ਜੀ। ਕਿ ਇਹ ਜਿਹੜਾ ਸੱਚਾ ਸੌਦਾ ਆ, ਇਹ ਸੱਚੀ ਘਟਨਾ ਆ। ਜੀ, ਬਿਲਕੁਲ। ਇਹਨੂੰ ਕਿਨ ਕੀ ਕਹਿਣਾ ਆ, ਜੀ। ਇਹ ਉਹਦੀ ਮਰਜ਼ੀ। ਕਿਨ ਕੀ ਨਹੀਂ ਕਹਿਣਾ, ਉਹਦੀ ਮਰਜ਼ੀ। ਜੀ। ਕਿਹਨੂੰ ਸਤਿਗੁਰੂ ਨਾਨਕ ਦੇਵ ਪਿਆਰਾ ਆ, ਜੀ। ਤੇ ਜਿਹਨੂੰ ਸਤਿਗੁਰੂ ਨਾਨਕ ਦੇਵ ਦੀਆਂ ਇਛਾਵਾਂ ਹੀ ਨਹੀਂ ਪਿਆਰੀਆਂ, ਜੀ। ਗੁਰੂ ਅਰਜਨ ਦੇਵ ਜੀ ਦੀ ਅਧਿਆਤਮਿਕਤਾ ਹੀ ਨਹੀਂ ਪਿਆਰੀ, ਜੀ, ਜੀ। ਫਿਰ ਭਾਈ ਉਹਨੂੰ ਆਪਾਂ ਤੁਸੀਂ ਕੀ ਕਹੋਗੇ? ਉਹਨੂੰ ਅਸੀਂ ਕੁਝ ਨਹੀਂ ਕਹਿ ਸਕਦੇ। ਉਹਨੂੰ ਅਸੀਂ ਕੁਝ ਨਹੀਂ ਕਹਿ ਸਕਦੇ। ਜੀ ਪ੍ਰਿੰਸੀਪਲ ਸਾਹਿਬ, ਇੱਕ ਸੰਗਤਾਂ ਜਾਣਨਾ ਚਾਹੁੰਦੀਆਂ ਹਨ ਕਿ ਕੀ ਇੱਥੇ ਆਪਾਂ ਕੁਝ ਵਿਦਵਾਨਾਂ ਦੇ ਵਿਚਾਰਾਂ ਦੇ ਨਾਲ ਇਸ ਆਧਾਰ ਤੇ ਵੀ ਕੋਈ ਗੱਲਬਾਤ ਕਰਾਂਗੇ ਸੱਚੇ ਸੌਦੇ ਦੀ ਘਟਨਾ ਤੇ? ਦੇਖੋ, ਵਿਦਵਾਨਾਂ ਦੇ ਆਧਾਰ ਤੇ ਵਾਰਤਾ ਕਰਨੀ ਬਣਦੀ ਆ, ਜੀ ਪਰ ਕਿਉਂਕਿ ਵਿਦਵਾਨਾਂ ਦੀਆਂ ਵਾਰਤਾ ਨੂੰ, ਉਹਨਾਂ ਦੀਆਂ ਲਿਖਤਾਂ ਨੂੰ ਜਿਹੜਾ ਆ, ਜੀ। ਉਹਨਾਂ ਨੇ ਰੱਦ ਕਰ ਦਿੱਤਾ। ਜੀ 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 ਠੀਕ ਹੈ ਕਿ ਨਹੀਂ? ਇੱਥੇ ਇਹ ਗੱਲ ਤਾਂ ਜ਼ਰੂਰੀ ਵਾ। ਉਹ ਇਸ ਕਰਕੇ ਮੈਂ ਖੁਦ ਨਹੀਂ ਚਾਹੁੰਦਾ, ਜੀ ਮੈਂ ਮੇਰੇ ਲੇਖਕਾਂ ਦਾ ਸਨਮਾਨ ਕਰਦਾ ਜੀ। ਜਿਨ੍ਹਾਂ ਨੇ ਕੀਤੀ ਵਰਣਨ ਲੇਖ ਰਾਏ ਪ੍ਰਵਾਨਾ ਜੀ ਦਾ, ਲਾਲ ਸਿੰਘ ਜੀ ਦਾ, ਜੀ। ਤੇ ਆਪਣੇ ਡਾਕਟਰ ਪ੍ਰਿੰਸੀਪਲ ਡਾਕਟਰ ਕੁਲਵੰਤ ਕੌਰ ਜੀ ਦਾ, ਹੋਰ ਇਹਨੇ ਬਹੁਤ ਸਾਥੀ ਹੈ ਜਿਨ੍ਹਾਂ ਨੇ ਇਹਦਾ ਵਰਣਨ ਕੀਤਾ। ਜੀ। ਪਰ ਮੈਂ ਗੁਰੂ ਨਾਨਕ ਸਾਹਿਬ ਦੇ ਜੀ ਸ਼ਬਦਾਂ ਦੇ ਵਿੱਚ ਜੀ। ਰਾਗ ਮਾਰੂ ਦੇ ਰਾਹੀਂ ਜੀ ਸੱਚੇ ਸੌਦੇ ਦੇ ਬਾਰੇ ਵਰਣਨ ਕਰਨਾ ਚਾਹੁੰਦਾ। ਜੀ ਕੀ ਬਾਤ ਹੈ। ਇਸ ਬਾਰੇ ਸੰਗਤਾਂ ਨੂੰ ਜ਼ਰੂਰ ਰਾਗ ਜਾਣਕਾਰੀ। ਮਾਰੂ 1036 ਪੰਨੇ ਦੇ ਉੱਤੇ ਜੀ ਸੱਚੇ ਸੌਦੇ ਦਾ ਨਾਂ ਰਿਲੇਟਡ ਜੀ। ਜਿਹਦਾ ਵਰਣਨ ਇੱਕ ਸ਼ਬਦ ਆਉਂਦਾ ਆ, ਉਹਦੇ ਵਿੱਚ ਮਹਾਰਾਜ ਉਚਾਰਦੇ ਆ, ਗੜ ਮੈਂ ਹਾਟ ਪੱਟਣ ਵਪਾਰਾ, ਜੀ ਪੂਰਾ ਤੋਲੇ ਤੋਲੇ ਬਣਜਾਰਾ, ਵਾਹ ਜੀ ਵਾਹ। ਆਪੇ ਰਤਨ ਵਿਸਾਰੇ ਸੇਵੇ, ਜੀ ਆਪੇ ਕੀਮਤ ਪਾਏਂਦਾ, ਜੀ ਕੀਮਤ ਪਾਏ ਪਾਵਨ ਹਾਰੇ, ਜੀ ਬੇਪਰਵਾਹ ਜੀ ਪੂਰੇ ਭੰਡਾਰੇ, ਜੀ ਸਰਬ ਕਲਾ ਲੈ ਆਪ ਰਹਿਆ, ਗੁਰਮੁਖ ਕਿਸੇ ਬੁਝਾਏਂਦਾ। ਬਿਲਕੁਲ ਜੀ ਬਿਲਕੁਲ। ਗੁਰਮੁਖ ਕਿਸੇ ਬੁਝਾਏਂਦਾ। ਜੀ ਫਿਰ ਅੱਗੇ ਮਹਾਰਾਜ ਲਿਖਦੇ ਆ 6ਵੀਂ 'ਚ, ਫਿਰ ਮਹਾਰਾਜ ਲਿਖਦੇ ਆ, ਨਦਰ। ਨਦਰ ਕਰੇ ਪੂਰਾ ਗੁਰ ਭੇਟੇ, ਜੀ ਜਮ ਜੰਦਾਰ ਨਾ ਮਾਰੇ ਫੇਟੇ, ਜਮ ਜੰਦਾਰ
ਨਾ ਮਾਰੇ ਫੇਟੇ ਜੀ ਜੀ ਜਿਉ ਜਲ ਅੰਤਰ ਜੀ ਕਮਲ ਵਿਗਾਸੀ। ਜੀ ਵਾਹ ਜੀ ਵਾਹ, ਜਿਉ ਜਲ ਅੰਦਰ ਵਾਹ ਜੀ ਕਮਲ ਵਿਗਾਸੀ ਜੀ ਆਪੇ ਬਿਗਸ ਤੇ ਆਏ। ਤੇ ਆਏ ਦਾ ਗੁਰੂ ਸਾਹਿਬ ਵਰਣਨ ਕਰਦੇ ਆ, ਜੀ ਫਿਰ ਅੱਗੇ ਵਰਣਨ ਕਰਦੇ ਆ, ਆਪੇ ਵਰਖੇ ਹੂੰ ਅੰਮ੍ਰਿਤ ਧਾਰਾ, ਆਪੇ ਵਰਖੇ ਅੰਮ੍ਰਿਤ ਧਾਰਾ, ਜੀ ਰਤਨ ਜਵੇਹਰ, ਜੀ ਰਤਨ ਜਵੇਹਰ ਲਾਲ ਅਪਾਰਾ, ਜੀ ਸਤਿਗੁਰ ਮਿਲੇ ਤੇ ਪੂਰਾ ਪਾਈਏ। ਜੀ ਸਤਿਗੁਰ ਮਿਲੇ ਤਾਂ ਪੂਰਾ ਪਾਈਏ, ਪ੍ਰੇਮ ਪਦਾਰਥ ਪਾਏ ਦਾ। ਵਾਹ ਜੀ ਗੁਰੂ ਨਾਨਕ ਸਾਹਿਬ ਅੱਗੇ ਲਿਖਦੇ ਆ, ਜੀ ਪ੍ਰੇਮ ਪਦਾਰਥ ਲਹੋ ਅਮੁੱਲੋ। ਜੀ ਗੁਰੂ ਨਾਨਕ ਸਾਹਿਬ ਲਿਖਦੇ ਆ, ਪ੍ਰੇਮ ਪਦਾਰਥ ਲਹੋ ਅਮੁੱਲੋ, ਕਬਹੁ ਹੀ ਨਾ ਘਾਟਸ ਪੂਰਾ ਤੋਲੋ। ਵਾਹ ਜੀ ਕਵੇ ਨਾ ਘਾਟਸ, ਜੇ ਪੂਰਾ ਤੋਲੋ ਤਾਂ ਘਾਟ ਨਹੀਂ ਹੁੰਦੀ। ਜੀ ਸੱਚੇ ਕਾ ਵਪਾਰੀ ਹੋਵੇ ਸੱਚਾ ਸੌਦਾ ਪਾਏਂਦਾ। ਵਾਹ ਜੀ ਵਾਹ, ਕੀ ਬਾਤ ਹੈ। ਸੱਚੇ ਕਾ ਵਾਹ ਵਪਾਰੀ ਹੋਵੇ ਸੱਚਾ ਸੌਦਾ ਪਾਏਂਦਾ, ਜੀ ਸੱਚਾ ਸੌਦਾ ਕੋ ਬਿਰਲਾ ਪਾਵੇ। ਵਾਹ ਜੀ ਗੁਰੂ ਨਾਨਕ ਸਾਹਿਬ ਲਿਖਦੇ। ਮੈਨੂੰ ਤਾਂ ਬੜੀ ਹੈਰਾਨੀ ਹੁੰਦੀ ਆ ਵੀ ਲੋਕ ਪੜ੍ਹਦੇ ਆ ਉਹ ਜਾਣ ਬੁੱਝ ਕੇ ਛਪਾਉਂਦੇ ਆ ਗੱਲਾਂ। ਜੀ ਬਿਲਕੁਲ ਜੀ ਬਿਲਕੁਲ ਦੇਖੋ ਜੀ ਅੱਜ ਤੱਕ ਇਹ ਗੱਲਾਂ ਇਤਿਹਾਸ ਵਿੱਚ ਕਿਸੇ ਨੇ ਖੋਲ ਕੇ ਨਹੀਂ ਦੱਸੀਆਂ ਜਿਸ ਤਰ੍ਹਾਂ ਤੁਸੀਂ ਦੱਸ ਰਹੇ ਹੋ। ਸੱਚਾ ਸੌਦਾ ਜੀ ਕੋਈ ਬਿਰਲਾ ਪਾਵੇ, ਜੀ ਪੂਰਾ ਸਤਿਗੁਰ ਮਿਲੇ ਮਿਲਾਵੇ। ਵਾਹ ਜੀ ਵਾਹ, ਕੀ ਬਾਤ। ਜਿਹੜਾ ਪੂਰਾ ਬਿਰਲਾ ਪਾਉਂਦਾ ਉਹਨੂੰ ਸੱਚਾ ਸਤਿਗੁਰ ਮਿਲੇ ਮਿਲਾਵੇ। ਜੀ ਗੁਰਮੁਖ ਹੋਏ ਸੋ ਹੁਕਮ ਪਛਾਣੇ। ਕਹਿੰਦੇ ਕੋਈ ਗੁਰਮੁਖ ਆਪਣੇ ਗੁਰੂ ਦੇ ਹੁਕਮ ਨੂੰ ਪਛਾਣ ਸਕਦਾ ਹੈ। ਜੀ ਮਾਨੇ ਹੁਕਮ ਸਮਾਏਦਾ, ਤੇ ਜਿਹੜਾ ਕਹਿੰਦੇ ਹੁਕਮ ਨੂੰ ਮੰਨ ਲੈਂਦਾ ਉਹ ਪਰਮਪਿਤਾ ਪਰਮਾਤਮਾ ਦੇ ਵਿੱਚ ਸਮਾ ਜਾਂਦਾ ਹੈ, ਉਹਨੂੰ ਪਾ ਲੈਂਦਾ ਆ। ਮਾਨੇ ਹੁਕਮ ਸਮਾਏਦਾ। ਜੀ ਫਿਰ ਗੁਰੂ ਸਾਹਿਬ ਕਹਿੰਦੇ ਆ, ਸਤ ਸੰਤੋਖ ਨਗਰ ਮਹਿਕਾਰੀ, ਜੀ ਜਤ ਸਤ ਸੰਜਮ ਸਰਣ ਮੁਰਾਰੀ, ਜੀ ਨਾਨਕ ਸਹਿਜ ਮਿਲੇ ਜਗ ਜੀਵਨ। ਜੀ ਸਹਿਜ ਨਾਨਕ ਸਹਿਜ ਸਹਿਜ ਮਿਲੇ ਜਗ ਜੀਵਨ। ਪਰਮਾਤਮਾ ਜੋ ਗੁਰੂ ਰਵਿਦਾਸ ਜੀ ਨੇ ਸਹਿਜ ਅਵਸਥਾ ਦੀ ਗੱਲ ਕੀਤੀ ਹੈ ਉਹੀ ਉਪਦੇਸ਼ ਗੁਰੂ ਨਾਨਕ ਸਾਹਿਬ ਹਾਂ, ਜੀ ਨਾਨਕ ਸਹਿਜ ਜੀ ਮਿਲੇ ਜਗ ਜੀਵਨ। ਪਰਮਾਤਮਾ ਗੁਰ ਸ਼ਬਦੀ ਪੱਤ ਪਾਏਂਦਾ। ਜੀ ਬਿਲਕੁਲ ਗੁਰੂ ਸਾਹਿਬ ਕਹਿੰਦੇ ਗੁਰੂ ਦੇ ਸ਼ਬਦਾਂ ਦੇ ਰਾਹੀਂ, ਗੁਰੂ ਦੇ ਗਿਆਨ ਦੇ ਰਾਹੀਂ ਜੀ। ਸ਼ਬਦੀ ਪੱਤ ਪਾਏਂਦਾ। ਜੀ। ਕਹਿੰਦੇ ਉਹਨਾਂ ਸ਼ਬਦਾਂ ਦੇ ਵਿੱਚੋਂ ਬੰਦਾ ਜਿਹੜਾ ਆ ਉਹ ਆਪਣੀ ਇੱਜ਼ਤ, ਜੀ ਬਿਲਕੁਲ ਆਪਣਾ ਸਨਮਾਨ ਜੀ ਆਪ ਪ੍ਰਾਪਤ ਕਰਦਾ ਹੈ। ਜੀ 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 ਮੈਂ ਤਾਂ ਹੈਰਾਨ ਹੁੰਦਾ ਆ ਜੀ ਕਿ ਗੁਰੂ ਸਾਹਿਬ ਗੁਰੂ ਅਰਜਨ ਦੇਵ ਜੀ ਜੀ ਤਾਂ ਉਸ ਘਟਨਾ ਨੂੰ ਜੀ ਖਤਮ ਕਰਨ ਦੇ ਲਈ ਜੀ। ਬਾਰ-ਬਾਰ ਉਪਦੇਸ਼ ਦੇ ਰਹੇ ਆ, ਜੀ ਬਾਰ-ਬਾਰ ਸ਼ਬਦ ਦੇ ਰਹੇ ਆ। ਜੀ ਔਰ ਜਿਹੜੇ ਅਖੌਤੀ ਪਖੰਡੀ ਲੇਖਕ ਆ ਜੀ ਉਹ ਗੁਰੂ ਅਰਜਨ ਦੇਵ ਦੀ ਵੀ ਨਹੀਂ ਸੁਣਦੇ, ਜੀ ਉਹ ਉਹਨਾਂ ਦਾ ਵੀ ਵਿਰੋਧ ਕਰ ਰਹੇ ਉਹ ਉਹਨਾਂ ਦਾ ਵੀ ਵਿਰੋਧ ਕਰਦੇ ਆ। ਜੀ ਉਹਨਾਂ ਦੇ ਵਿਰੋਧ ਦੇ ਬਾਵਜੂਦ ਵੀ ਮੈਂ ਤੁਹਾਨੂੰ ਇੱਕ ਗੱਲ ਕਹਿਣੀ ਚਾਹੁੰਦਾ ਆ। ਜੀ ਗੁਰੂ ਪੰਜਵੇਂ ਪਾਤਸ਼ਾਹ ਪੰਨਾ 1208 ਤੇ ਲਿਖਦੇ ਆ। ਜੀ ਇਹ ਜਿਹੜਾ ਮੈਂ ਵਰਣਨ ਕੀਤਾ ਇਹ 1036 ਤੇ ਆ। ਜੀ ਜਿਹੜਾ ਹੁਣ ਸ਼ਬਦ ਮੈਂ ਬੋਲਣ ਲੱਗਾ ਜੀ ਜੀ ਸਾਰੰਗ ਮਹਲਾ 5 ਮਹਲਾ 1208 ਤੇ ਆ। ਜੀ ਪੰਚਮ ਪਾਤਸ਼ਾਹ ਜੀ ਦੀ ਬਾਣੀ ਹੈ ਪੰਚਨ ਬਾਦਸ਼ਾਹ ਉਹਦੇ ਸਮਾਨ, ਕਿਉਂਕਿ ਗੁਰੂ ਗ੍ਰੰਥ ਸਾਹਿਬ ਗੁਰੂ ਅਰਜਨ ਦੇਵ ਜੀ ਨੇ ਲਿਖਿਆ ਜੀ, ਤੇ ਜੀ। ਜਿਹੜਾ ਇੱਕ ਇੱਕ ਸ਼ਬਦ ਉਹਨਾਂ ਨੇ ਲਿਖਿਆ ਜਿਹਦੇ ਤੇ ਕਿੰਤੂ ਪਰੰਤੂ ਹੋਇਆ ਜੀ ਜੀ ਉਹਨਾਂ ਦਾ ਸਵਾਸੀਗਣ ਉਹਨਾਂ ਨੇ ਦੇਣਾ ਸੀ। ਜੀ ਬਿਲਕੁਲ ਜੀ ਬਿਲਕੁਲ ਉਹਨੇ ਠੋਕ ਵਜਾ ਕੇ ਦਿੱਤਾ। ਜੀ ਇਸ ਬਾਰੇ ਸੰਗਤਾਂ ਨੂੰ ਜ਼ਰੂਰ ਜਾਣਕਾਰੀ ਪਾਓ ਕਿ ਗੁਰੂ ਅਰਜਨ ਦੇਵ ਜੀ ਨੇ ਗੁਰਬਾਣੀ ਰਾਹੀਂ ਸਤਿਗੁਰੂ ਰਵਿਦਾਸ ਮਹਾਰਾਜ ਬਾਰੇ ਕੀ ਲਿਖਿਆ। ਗੁਰੂ ਅਰਜਨ ਦੇਵ ਜੀ ਲਿਖਦੇ ਆ, ਊਆ ਅਵਸਰ ਜੀ ਕਿ ਹਉ ਬਲ ਜਾਏ। ਜੀ ਕਹਿੰਦੇ ਇਹੀ ਮੌਕਾ ਹੈ। ਜੀ ਗੁਰੂ ਅਰਜਨ ਦੇਵ ਜੀ ਕਹਿੰਦੇ ਇਹੀ ਮੌਕਾ ਸੀ। ਉਹਨਾਂ ਨੇ ਕਿਹਾ ਉਦੋਂ ਜੀ ਕਿ ਮੈਂ ਆਪਣਾ ਆਪ ਉਹਨਾਂ ਦੇ ਬਾਰ ਦੇਵਾਂ। ਵਾਹ ਜੀ ਆਠ ਪਹਿਰ ਆਪਣਾ ਪ੍ਰਭ ਸਿਮਰਨ। ਜੀ ਕਹਿੰਦੇ ਮੱਠੇ ਪੈਰ ਆਪਣੇ ਪ੍ਰਭੂ ਦੀ ਸੇਵਾ ਆਰਾਧਨਾ ਪ੍ਰੇਮਾ ਭਗਤੀ ਕਰਾਂ, ਜੀ ਬੜਭਾਗੀ ਹਰ ਪਾਈ। ਵਾਹ ਜੀ ਬੜਭਾਗਿਆ ਹੋਵਾਂਗਾ ਮੈਂ ਜੇ ਮੈਨੂੰ ਹਰੀ ਦੀ ਪ੍ਰਾਪਤੀ ਹੋ ਜਾਵੇ। ਜੀ ਰਹਾਓ ਭਲੋ ਕਬੀਰ ਦਾਸ ਦਾਸਨ ਕੋ, ਜੀ ਬਿਲਕੁਲ ਕਿ ਭਲੇ ਪੁਰਸ਼ ਆਹੋ ਦਾਸ ਦਾਸਨ ਕੋ, ਜਿਹੜੇ ਦਾਸਾਂ ਦੇ ਦਾਸ ਦੇ ਵੀ ਦਾਸ ਆ, ਵਾਹ ਜਿਹੜੇ ਪਰਮਾਤਮਾ ਦੇ ਪੂਰਨ ਦਾਸ ਆ। ਜੀ ਜੀ ਦਾਸਾਂ ਦੇ ਦਾਸ ਕੋ ਉੱਤਮ ਸੈਣ ਜਨ ਨਾਹੀ। ਵਾਹ ਜੀ ਤੇ ਉਹਨਾਂ ਤੋਂ ਅੱਗੇ ਹੋਰ ਪਦਵੀ ਜੋੜਦੇ ਗੁਰੂ ਅਰਜਨ ਦੇਵ ਜੀ ਲਿਖਦੇ ਆ, ਜੀ ਸੈਣ ਜੀ ਮਹਾਰਾਜ, ਜੀ ਸੈਣ ਜੀ ਨਾਈ ਮਹਾਰਾਜ ਜੀ ਬਹੁਤ ਬਹੁਤ
ਜੀ ਉੱਤਮ ਤੇ ਸ੍ਰੇਸ਼ਟ ਆ। ਵਾਹ ਜੀ ਵਾਹ। ਫਿਰ ਉਹ ਲਿਖਦੇ ਆ, ਊਚ ਦੇ ਊਚ ਨਾਮ ਦੇ ਸਮਦਰਸੀ, ਜੀ ਉੱਚਿਆਂ ਤੋਂ ਉੱਚਾ, ਜੀ ਉੱਚੇ ਦਰ ਉੱਚਾ। ਜੀ ਜੇ ਕੋਈ ਭਾਰਤ ਵਿੱਚ ਜਾਂ ਦੁਨੀਆ 'ਚ ਸੰਤ ਪੈਦਾ ਹੋਇਆ, ਜੀ ਨਾਮਦੇਵ ਸਮਦਰਸੀ, ਜੀ ਜੀ ਨਾਮਦੇਵ ਜੀ ਪੈਦਾ ਹੋਏ, ਜਿਨ੍ਹਾਂ ਦੀ ਦ੍ਰਿਸ਼ਟੀ ਪਰਮਾਤਮਾ ਦੀ ਦ੍ਰਿਸ਼ਟੀ ਦੇ ਸਮਾਨ ਸੀ, ਵਾਹ ਜੀ ਵਾਹ। ਜਿਨ੍ਹਾਂ ਦੇ ਬਚਨ ਪਰਮਾਤਮਾ ਦੇ ਬਚਨਾਂ ਦੇ ਸਮਾਨ ਸੀ। ਜੀ ਜੀ ਸੰਤਾਂ ਤੋਂ ਸੰਤ ਨਾਮਦੇਵ ਜੀ ਮਹਾਰਾਜ ਦੀ ਗੱਲ ਕਰਦੇ ਆ। ਵਾਹ ਜੀ। ਊਚ ਦੇ ਊਚ ਨਾਮਦੇਵ ਸਮਦਰਸੀ, ਜੀ ਰਵਿਦਾਸ ਠਾਕਰ ਬਣੇ ਆਈ। ਵਾਹ ਜੀ। ਕਹਿੰਦੇ ਨਾਮਦੇਵ ਪਰਮਾਤਮਾ ਦੇ ਸਮਦਰਸੀ ਸੀ, ਰਵਿਦਾਸ ਰੱਬ ਸੀ। ਵਾਹ ਜੀ ਵਾਹ, ਕੀ ਬਾਤ ਕੀ ਬਾਤ। ਰਵਿਦਾਸ ਠਾਕਰ ਸੀ, ਜੀ ਜੀ ਬਿਲਕੁਲ। ਰਵਿਦਾਸ ਰੱਬ ਸੀ, ਆਹਾ ਰੱਬ ਬਣ ਕੇ ਆਏ। ਜੀ ਜਿਉ ਪਿੰਡ ਜੀ ਧਨ ਧਨ ਸਾਧਨ ਕਾ, ਵਾਹ। ਇਹ ਮਨ ਸੰਤ ਰਨਾਈ। ਰੇਨਾਈ, ਵਾਹ ਜੀ। ਮਹਾਰਾਜ ਕਹਿੰਦੇ ਇਹ ਸੰਤ ਰੇਨਾਈ। ਜਿਉ ਪਿੰਡ, ਜੀ ਇੱਕ ਪਿੰਡ ਹੁੰਦਾ, ਇੱਕ ਸਰੀਰ ਨੂੰ ਵੀ ਪਿੰਡ ਕਿਹਾ ਗਿਆ। ਜੀ ਇਹ ਜਿਹੜਾ ਸਰੀਰਕ ਪਿੰਡ ਆ, ਜੀ ਜਿਉ ਪਿੰਡ ਤਨ ਧਨ ਸਾਧਨ ਕਾ। ਜੀ ਜੀ। ਮੇਰਾ ਤਨ ਮਨ ਧਨ ਜੀ। ਇਹ ਸਾਧੂਆਂ ਦਾ ਹੈ, ਵਾਹ ਜੀ ਵਾਹ। ਇਹ ਮੈਂ ਸਾਧੂਆਂ ਨੂੰ ਅਰਪਿਤ ਕਰ ਦਿੱਤਾ। ਵਾਹ ਜੀ ਵਾਹ, ਕੀ ਬਾਤ। ਇਹ ਮਨ ਸੰਤ ਰਨਾਈ, ਮੈਂ ਸੰਤਾਂ ਦੇ ਚਰਨਾਂ ਦੀ ਧੂੜ। ਧੂੜ ਹੋ ਗਿਆ। ਵਾਹ ਜੀ ਵਾਹ। ਗੁਰੂ ਅਰਜਨ ਦੇਵ ਜੀ ਕਹਿੰਦੇ ਆ, ਮੈਂ ਸੰਤਾਂ ਦੇ ਚਰਨਾਂ ਦੀ ਧੂੜ ਹੋ ਗਿਆ। ਇਹਨਾਂ ਸੰਤਾਂ ਦੇ, ਵਾਹ ਜੀ। ਸੰਤ ਪ੍ਰਤਾਪ ਜੀ ਭਰਮ ਸਭ ਨਾਸੇ। ਵਾਹ ਜੀ ਵਾਹ। ਕਹਿੰਦੇ ਗੱਲਾਂ ਨਹੀਂ, ਆਹਾ, ਇਹ ਰਿਐਲਿਟੀ ਆ। ਵਾਹ ਜੀ ਵਾਹ। ਇਹ ਗੁਰੂ ਨਾਨਕ ਸਾਹਿਬ ਦੀ ਅਵਸਥਾ ਨੂੰ ਉਹ ਬਿਆਨ ਕਰਨਾ ਚਾਹੁੰਦੇ ਆ। ਪੰਜਵਾਂ। ਕਹਿੰਦੇ ਸੰਤ ਪ੍ਰਤਾਪ ਭਰਮ ਸਭ ਨਾਸੇ। ਨਾ। ਕਹਿੰਦੇ ਇਹਨਾਂ ਸੰਤਾਂ ਦੇ ਕਾਰਨ, ਇਹਨਾਂ ਪਾਰ ਬ੍ਰਹਮ ਪਰਮੇਸ਼ਰ ਦੇ ਭਗਤਾਂ ਦੇ ਕਾਰਨ, ਇਹਨਾਂ ਦੀ ਬਾਣੀ ਦੇ ਕਰਕੇ, ਜੀ। ਇਹਨਾਂ ਦੇ ਸਿਮਰਨ ਕਰਕੇ ਵਾਹ ਜੀ ਸੰਤ ਪ੍ਰਤਾਪ ਭਰਮ ਸਭ ਨਾਸੇ, ਨਾਨਕ ਮਿਲੇ ਗਸਾਈ। ਕਹਿੰਦੇ ਗੁਰੂ ਨਾਨਕ ਮਿਲੇ ਗਸਾਈ, ਜੀ ਧਰਤੀ ਨੂੰ ਤਾਰਨ ਵਾਲੇ ਪਰਮਾਤਮਾ ਦੇ ਜੀ। ਦਰਸ਼ਨ ਹੋ ਗਏ। ਆਹਾ, ਗੁਰੂ ਨਾਨਕ ਸਾਹਿਬ ਨੂੰ ਪਰਮਾਤਮਾ ਮਿਲ ਪਏ। ਵਾਹ ਜੀ ਵਾਹ। ਇਹਦੇ ਤੇ ਵੀ ਇਹਨਾਂ ਪਖੰਡੀਆਂ ਨੇ ਜੀ। ਪਖੰਡ ਧਾਰਨ ਕੀਤਾ। ਕਹਿੰਦੇ ਠਾਕਰ ਰੱਬ ਨੂੰ ਥੋੜੋ ਕਹਿੰਦੇ ਆ, ਹਾਂ, ਠਾਕਰ ਦਾ ਪੱਥਰ ਨੂੰ ਕਹਿੰਦੇ ਆ। ਲਓ ਜੀ। ਉਹਦਾ ਜਵਾਬ ਫਿਰ ਮਹਾਰਾਜ ਹੋਰ ਦਿੰਦੇ ਆ। ਜੀ ਗੁਰੂ ਅਰਜਨ ਦੇਵ ਜੀ ਨੇ ਕੋਈ ਕਸਰ ਨਹੀਂ ਛੱਡੀ। ਜੀ ਜਿੱਦਾਂ ਤੁਸੀਂ ਹਵਾਲਾ ਦਿੱਤਾ ਨਾ 15 ਪੇਜ ਦਾ, ਜੀ ਨੀਚਾ ਅੰਦਰ ਨੀਚ ਜਾਤ ਨੀਚੀ ਹੂੰ ਅਤ ਨੀਚ, ਜੀ ਜੀ ਬਿਲਕੁਲ। ਨਾਨਕ ਤਿਨ ਕੇ ਸੰਗ ਸਤ ਵੱਡਿਆਂ ਸਿਆਂ ਕੋ ਰੇਸ। ਜੀ ਇਹ ਬ੍ਰਹਮ ਗਿਆਨੀ ਆ। ਜੀ ਬ੍ਰਹਮ ਗਿਆਨੀ ਦੁਨੀਆ ਦੇ ਕਿਸੇ ਕੋਨੇ 'ਚ ਹੋਵੇ, ਜੀ। ਉਹਦੀ ਭਾਸ਼ਾ ਪਰਮਾਰਥ ਹੋਊਗੀ, ਮਾਨਵਤਾ ਦੀ ਸੇਵਾ ਹੋਊਗੀ। ਜੀ ਮੰਨਿਆ ਕੋਈ ਰਾਈਟਰ ਬਣ ਗਿਆ, ਜੀ। ਬਾਲ ਦੀ ਗੱਲ ਲਾਣ ਲੱਗ ਪਿਆ, ਜੀ ਲੇਕਿਨ ਉਹਨੂੰ ਰੂਹਾਨੀਅਤ ਦਾ ਨਹੀਂ ਪਤਾ। ਜੀ। ਰੂਹਾਨੀਅਤ ਦਾ ਉਹਨੂੰ ਪਤਾ ਜਿਹੜਾ ਰੂਹਾਨੀਅਤ ਦੇ ਰਾਹੀਂ ਗੁਰੂ ਸਾਹਿਬ ਨੂੰ ਯਾਦ ਕਰਕੇ ਆਪਣੇ ਆਪ ਨੂੰ ਗੁਰੂ ਦੇ ਚਰਨਾਂ ਦੇ ਵਿੱਚ ਵਿਛਾ ਦਿੱਤਾ ਜੇ। ਵਾਹ ਜੀ ਵਾਹ। ਇਸ ਤੋਂ ਪ੍ਰਿੰਸੀਪਲ ਸਾਹਿਬ ਇੱਕ ਗੱਲ ਹੈ ਕਿ ਜਿਹੜਾ ਆਪ ਜੀ ਨੇ ਸ਼ਬਦ ਹੁਣ ਉਚਾਰਨ ਕੀਤਾ, ਰਵਿਦਾਸ ਠਾਕੁਰ ਬਣਿਆ ਜੀ। ਇਸ ਸ਼ਬਦ ਦੇ ਨਾਲ ਗੁਰੂ ਅਰਜਨ ਦੇਵ ਜੀ ਨੇ ਜਿਤਨੇ ਵੀ ਗੁਰੂ ਰਵਿਦਾਸ ਮਹਾਰਾਜ ਦੇ ਸੱਚੇ ਸੌਦੇ ਦੀ ਘਟਨਾ ਦਾ ਵਿਰੋਧ ਕਰਦੇ ਸਨ ਜਾਂ ਉਹਨਾਂ ਨੂੰ ਝੁਠਲਾਉਣਾ ਚਾਹੁੰਦੇ ਸਨ, ਉਸ ਦਾ ਸਖਤ ਸ਼ਬਦਾਂ ਵਿੱਚ ਗੁਰੂ ਅਰਜਨ ਦੇਵ ਜੀ ਨੇ ਇਹ ਵਿਰੋਧ ਕਰਕੇ ਉਹ ਸੱਚ ਨੂੰ ਤਾਰ ਕੇ ਲਿਆਂਦਾ ਸਾਹਮਣੇ। ਆਹ ਸ਼ਬਦ ਜਿਹੜਾ ਮੈਂ ਸੰਤਾਂ ਦੇ ਚਰਨਾਂ 'ਚ ਰੱਖਣ ਲੱਗਾ ਹਾਂ, ਜੀ ਜੀ ਇਹ ਪਰਮਪਿਤਾ ਪਰਮਾਤਮਾ ਹੀ ਆ, ਗੁਰੂ ਅਰਜਨ ਦੇਵ ਜੀ ਦਾ ਹੀ ਆ। ਜੀ ਜੀ ਗੁਰੂ ਅਰਜਨ ਦੇਵ ਜੀ ਗਵਾਹੀ ਭਰਦੇ ਆ। ਇਹ ਸੱਚੇ ਸੌਦੇ ਦੀ ਗਵਾਹੀ ਨਹੀਂ ਤਾਂ ਹੋਰ ਕੀ ਆ। ਜੀ ਜੀ ਬਿਲਕੁਲ ਜੀ ਬਿਲਕੁਲ। ਇਹ ਸੱਚੇ ਸੌਦੇ ਦੀ ਗਵਾਹੀ ਲੱਗੇਗਾ ਨੂੰ। ਜੀ ਜੀ ਕੀ ਕਹਿੰਦੇ ਆ? ਜੀ ਪਤਿਤ ਪਵਿੱਤਰ ਜੀ ਲੀਏ ਕਰ ਆਪਣੇ। ਮਹਾਰਾਜ ਕਹਿੰਦੇ ਆ ਪਰਮਾਤਮਾ ਨੇ ਆਪਣੇ ਜਿਨ੍ਹਾਂ ਨੂੰ ਤੁਸੀਂ ਪਤਿਤ ਕਹਿੰਦੇ ਆ, ਜੀ ਜੀ ਉਹਨਾਂ ਪਵਿੱਤਰ ਕਰਕੇ ਆਪਣੇ ਬਣਾ ਲਿਆ। ਵਾਹ। ਸਗਲ ਕਰਤ ਨਮਸਕਾਰੋ। ਵਾਹ ਜੀ ਵਾਹ। ਸਾਰੀ ਦੁਨੀਆ, ਕਿਆ ਸਾਰੀ ਦੁਨੀਆ ਉਹਨਾਂ ਨੂੰ ਨਮਸਕਾਰ ਕਰਦੀ ਆ। ਵਾਹ ਜੀ ਨਾ ਤੁਹਾਨੂੰ ਆਪੇ ਹੁਣ ਸਪਸ਼ਟ ਹੋਣ ਲੱਗੇ ਆ। ਜੀ ਨਮਸਕਾਰੋ ਵਰਣ ਜਾਤ ਕੋ ਪੁੱਛੇ ਨਹੀਂ। ਜੀ ਜੀ ਗੁਰੂ ਅਰਜਨ ਦੇਵ ਜੀ ਗਵਾਹੀ ਭਰਦੇ ਉਸ ਘਟਨਾ ਦੀ। ਜੀ ਬਿਲਕੁਲ। ਕਹਿੰਦੇ ਕੋਈ ਨਹੀਂ ਪੁੱਛਦਾ ਉਹਦਾ ਵਰਣ ਕੀ ਆ। ਆਹ ਬਾਹਮਣ, ਜੀ ਖੱਤਰੀ, ਜੀ। ਸੂਦ ਬੈਸ, ਕਹਿੰਦੇ ਕੋਈ ਨਹੀਂ ਪੁੱਛਦਾ ਵੀ ਸੂਦ ਆ ਕਿ ਬੈਸ ਆ। ਜੀ ਬਲਕਿ ਜਿਹਦੀ ਗੱਲ ਕਰਦੇ ਆ, ਗੱਲ ਕੀ ਕਰਦੇ ਲੋਕ ਜਿਹੜੇ ਵਿਦਵਾਨ ਆ, ਸਿੱਖ ਵਿਦਵਾਨ, ਉਹ ਚਮਾਰ ਹੋਣ ਕਰਕੇ ਉਹਨਾਂ ਨੂੰ ਰਵਿਦਾਸ ਜੀ ਦੇ ਨਾਲ ਤੇ ਚਿਹੜਿਆ। ਜੀ ਜੀ ਉਹਨਾਂ ਨੂੰ ਰਵਿਦਾਸ ਜੀ ਦੇ ਜਾਤ ਦੀ ਬਰਾਬਰੀ ਦੇ ਹੰਕਾਰ ਦਾ ਚਿਹੜਿਆ ਵੀ ਜੇ ਬ੍ਰਹਮ ਗਿਆਨੀ ਜੰਮਣਾ ਸੀ ਉਹ ਵਰਦ 'ਚ ਜੰਮ ਪੈਂਦਾ, ਜੀ ਜੀ ਸ਼ੂਦਰਾਂ 'ਚ ਜੰਮ ਪੈਂਦਾ। ਇਹ ਅਵਰਣ ਸੀ ਜੀ 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 ਕਿਉਂਕਿ ਮਹਾਰਿਸ਼ੀ ਵਾਲਮੀਕ ਦੀ ਜੀ ਔਲਾਦ ਤੇ ਸ੍ਰੀ ਗੁਰੂ ਰਵਿਦਾਸ ਜੀ ਦੇ ਜਿਹੜੇ ਆ
ਇਹ ਅਵਰਣ 'ਚ ਸੀ। ਜੀ 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 ਬਿਲਕੁਲ ਬਿਲਕੁਲ ਜਿਹੜੇ ਘਰਾਂ ਤੋਂ ਬਾਹਰ ਰਹਿੰਦੇ ਸੀ, ਜਿਹਨੇ ਈਨ ਨਹੀਂ ਮੰਨੀ ਜੀ। ਬਾਹਮਣਵਾਦ ਦੀ, ਜੀ 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 ਬਿਲਕੁਲ ਸਹੀ ਗੱਲ ਹੈ ਜੀ। ਹੱਥੀਂ ਕਰਕੇ ਖਾ ਲਿਆ, ਕਿਰਤ ਕਰਕੇ ਖਾ ਲਏ, ਇਹਨਾਂ ਦੀ ਈਨ ਨਹੀਂ ਮੰਨੀ। ਉਹ ਕਹਿੰਦੇ ਆ ਵਰਣ ਜਾਤ ਕੋ ਪੁੱਛੇ ਨਹੀਂ, ਕਹਿੰਦੇ ਉਹ ਤਾਂ ਪੁੱਛਦਾ ਹੀ ਕੋਈ ਨਹੀਂ, ਵਰਣ ਜਾਤ ਕੋ ਪੁੱਛੇ ਨਹੀਂ। ਜੀ ਵਾਸੇ ਚਰਨ ਵਾਰੋ, ਕਹਿੰਦੇ ਚਾਹੇ ਖੱਤਰੀ ਆ ਚਾਹੇ ਬਾਹਮਣ ਵਾ, ਕਹਿੰਦਾ ਦੌੜੇ ਫਿਰਦੇ ਆ ਕਿ ਕਿਤੇ ਸਤਿਗੁਰਾਂ ਦੇ ਚਰਨਾਂ ਦੀ ਸ਼ੋਭ ਪ੍ਰਾਪਤ ਹੋ ਜਾਵੇ। ਵਾਹ ਜੀ ਐਸਾ ਨਾਮ ਤੁਹਾਰੋ ਵਾਹ। ਠਾਕਰ, ਐਸਾ ਨਾਮ ਤੁਹਾਰੋ, हे ਪ੍ਰਮਾਤਮਾ ਇਹ ਤੇਰੇ ਨਾਮ ਦੀ ਬਰਕਤ ਆ। ਵਾਹ ਜੀ ਠਾਕਰ ਰੱਬ, ਐ ਰੱਬ ਜੀ, ਐ ਪ੍ਰਮਾਤਮਾ, ਐ ਪਾਰ ਬ੍ਰਹਮ ਪਰਮੇਸ਼ਰ, ਐ ਸਤ ਕਰਤਾਰ, ਜੀ ਐ ਸਤ ਸਾਹਿਬ, ਐ ਸਤਨਾਮ ਜੀ, ਇਹ ਤੁਹਾਡੇ ਨਾਮ ਦੀ ਬਰਕਤ ਆ। ਜੀ ਐਸਾ ਨਾਮ ਤੁਹਾਰੋ ਸਗਲ ਸ੍ਰੇਸ਼ਟ ਕੋ ਧਣੀ ਕੀਜੇ, ਜੀ ਸਾਰੀ ਸ੍ਰਿਸ਼ਟੀ ਦਾ ਧਣੀ ਅਮੀਰ ਜੀ। ਜਿਹਨੂੰ ਕਹਿੰਦੇ ਆ, ਜਨ ਕੋ ਅੰਗਰ ਰਾਰੋ, ਉਹਨੇ ਸਾਡੇ ਵਰਗੇ ਇੰਦਾਂ ਦੇ ਜਨਾਂ ਨੂੰ, ਗਰੀਬ ਜਨਾਂ ਨੂੰ ਜੀ ਛਾਤੀ ਨਾਲ ਲਾ ਲਿਆ, ਵਾਹ ਜੀ ਵਾਹ। ਛਾਤੀ ਨਾਲ ਲਾ ਲਿਆ, ਕੀ ਬਾਤ, ਬਿਲਕੁਲ ਜੀ। ਛਾਤੀ ਨਾਲ ਕਹਿੰਦੇ ਲਾ ਲਿਆ। ਹੁਣ ਉਹ ਗੱਲ ਕਰਨ ਲੱਗੇ ਅਗਲੀ, ਸਾਧ ਸੰਗ, ਧਿਆਨ ਰੱਖਣਾ ਗੱਲ ਦਾ। ਜੀ ਸਾਧ ਸੰਗ ਨਾਨਕ ਬੁੱਧ ਪਾਈ, ਨਾਨਕ ਨੇ ਬੁੱਧੀ ਪ੍ਰਾਪਤ ਕੀਤੀ, ਜੀ ਨਾਨਕ ਨੇ ਮਾਰਗ ਦਰਸ਼ਨ ਪ੍ਰਾਪਤ ਕੀਤਾ। ਜੀ ਸਾਧਾਂ ਦੀ ਸੰਗਤ ਵਿੱਚ ਗੁਰੂ ਨਾਨਕ ਦੇਵ ਨੇ ਮਾਰਗ ਦਰਸ਼ਨ, ਜੀ ਗੁਰ ਗਿਆਨ ਪ੍ਰਾਪਤ ਕੀਤਾ। ਜੀ ਸਾਧ ਸੰਗ ਨਾਨਕ ਬੁੱਧ ਪਾਈ, ਹਰ ਕੀਰਤਨ ਆਧਾਰੋ, ਜੀ। ਉਹਨਾਂ ਸਾਧੂਆਂ ਦੀ ਸੰਗਤ ਦੇ ਵਿੱਚੋਂ ਜੀ। ਜਿਨ੍ਹਾਂ ਦੀ, ਜਿਹੜੇ ਪਰਮ ਪਿਤਾ ਪਰਮਾਤਮਾ ਦੀ ਗੁਣਗਾਨ ਕਰਦੇ ਸੀ, ਜੀ ਜਿਹੜੇ ਹਰ ਦਾ ਕੀਰਤਨ ਕਰਦੇ ਸੀ। ਜੀ ਜਿਹੜਾ ਮੈਂ ਪਹਿਲਾਂ ਇੱਕ ਸ਼ਬਦ ਬੋਲਿਆ, ਦੇਵ ਤੇ ਮੈਂ ਅਕਸਰ ਬੋਲਦਾ ਹੁੰਦਾ ਆ, ਜੀ। ਜਦੋਂ ਉਹ ਕਹਿੰਦੇ ਆ ब्रह्मा का वेद विष्णु की मूर्ति पूजे सब संसारा, महादेव की सेवा लाके कहाँ है सिरजनहारा। जी। महाराज जी कहते हैं सिरजनहारे की मैं गल करदा, ਵਾਹ ਜੀ ਵਾਹ, ਬਿਲਕੁਲ ਜੀ ਬਿਲਕੁਲ। मैं देवी देवतियां की गल नहीं करदा। ਜੀ ਉਹ ਜਿਹੜੇ ਸੰਤ ਸੀ, ਉਹਨਾਂ ਜਿਨ੍ਹਾਂ ਸੰਤਾਂ ਤੋਂ ਇਹਨਾਂ ਨੇ ਇਹ ਸਾਰਾ ਮਾਰਗ ਦਰਸ਼ਨ ਬੁੱਧੀ ਪ੍ਰਾਪਤ ਕੀਤੀ ਆ, ਉਹਨਾਂ ਦਾ ਆਧਾਰ ਕੀਰਤਨ ਸੀ। ਕੀਰਤਨ ਕਿਹਦਾ ਕਰਦੇ ਸੀ? ਪਾਰ ਬ੍ਰਹਮ ਪਰਮੇਸ਼ਰ ਦਾ। ਜੀ ਤੇ ਮਹਾਰਾਜ ਜੀ ਕਹਿੰਦੇ ਲੈ ਹੁਣ ਉਹਨਾਂ ਦੇ ਨਾਂ ਸੁਣ ਲਓ। ਜੀ ਉਹਨਾਂ ਦੇ ਨਾਂ ਕੀ ਆ? ਨਾਮਦੇਵ, ਤਰਲੋਚਨ, ਕਬੀਰ ਦਸਰੋ, ਮੁਕਤ ਪਿਓ ਚਮਿਆਰ। ਚਮਿਆਰੋ, ਕੀ ਬਾਤ। ਮਹਾਰਾਜ ਕਹਿੰਦੇ ਉਹ ਸੰਤ ਕੌਣ ਸੀ? ਉਹ ਚਾਰ ਸੰਤ ਸੀ, ਜੀ ਨਾਮਦੇਵ ਜੀ, ਜੀ ਤਰਲੋਚਨ ਜੀ, ਜੀ ਕਬੀਰ ਜੀ, ਮੁਕਤ ਪਿਓ ਚਮਿਆਰੋ, ਜਿਨ੍ਹਾਂ ਨੇ ਪ੍ਰਮਾਤਮਾ ਦੀ, ਸਤ ਕਰਤਾਰ ਦੀ, ਜੀ ਸਤਨਾਮ ਸਤਨਾਮ ਦੀ, ਜੀ। ਪਾਰ ਬ੍ਰਹਮ ਦੀ ਭਗਤੀ ਕਰਕੇ ਗਿਆਨ ਪ੍ਰਾਪਤ ਕੀਤਾ। ਮੈਂ ਉਹਦਾ ਸ਼ਬਦ ਵੀ ਤੁਹਾਨੂੰ ਦੱਸਦਾ, ਇਹ ਗਿਆਨ ਅਸੀਂ ਕਹਿੰਦੇ ਆ ਨਾ, ਐਸੀ ਲਾਲ ਤੁਧ ਬਿਨ ਕੌਣ ਕਰੇ। ਹਾਂਜੀ ਤੁਹਾਨੂੰ ਇਹ ਤੋਂ ਵੀ ਹਜ਼ਾਰਾਂ ਗੁਣਾ ਉੱਤੇ ਜੀ। ਇੱਕ ਐਡਾ ਬਖਸ਼ਿਸ਼ ਵਾਲਾ ਸ਼ਬਦ ਮਿਲੂਗਾ, ਜਿਹੜਾ ਗੁਰੂ ਸਾਹਿਬ ਨੇ ਸਤਿਗੁਰੂ ਰਵਿਦਾਸ ਜੀਆਂ ਤੇ ਇਹਨਾਂ ਦੇ ਬਾਰੇ ਵਿਚਾਰਿਆ। ਉਹ ਕਹਿੰਦੇ ਤਰਲੋਚਨ ਮੁਕਤ ਪਿਓ ਚਮਿਆਰੋ, ਜੀ ਮੈਂ ਦੋ ਕਿਉਂ ਕਹਿਣਾ, ਗੁਰੂ ਰਵਿਦਾਸ ਤੇ ਕਬੀਰ ਕਿਉਂ ਕਹਿਣਾ। ਜੀ। ਉਹ ਚ ਹਾਜ਼ਰ ਸੀ, ਕਿਉਂਕਿ ਨਾਮਦੇਵ ਮਹਾਰਾਜ 1351 ਚ ਚਲੇ ਗਏ, ਜੀ ਤਰਲੋਚਨ ਜੀ ਇਹਨਾਂ ਤੋਂ ਪਹਿਲਾਂ ਚਲੇ ਗਏ ਸੀ। ਜੀ ਜੀ ਇਹ ਦੋਹਾਂ ਦਾ ਨਾਂ ਵਰਤਣ ਦਾ ਮਤਲਬ ਇੱਥੇ ਇਹ ਆ ਕਿ ਇਹਨਾਂ ਦੀ ਸੋਚ ਰਵਿਦਾਸ ਤੇ ਕਬੀਰ ਵਾਲੀ ਸੀ। ਜੀ ਬਿਲਕੁਲ ਜੀ ਇਹ ਵੀ ਉਹੀ ਸੋਚ ਤੇ ਚੱਲੇ ਜਿਹੜੀ ਸਤਿਗੁਰੂ ਕਬੀਰ ਜੀ ਨੇ ਪ੍ਰਚਾਰ ਕੀਤਾ, ਜਿਹਦਾ ਸਤਿਗੁਰੂ ਰਵਿਦਾਸ ਜੀ ਮਹਾਰਾਜ ਨੇ ਪ੍ਰਚਾਰ ਕੀ ਕੀਤਾ। ਜਬ ਉਹ ਸਤਨਾਮ 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 ਜੀ ਓੰਕਾਰ ਹੈ ਸਤਨਾਮ, ਜੀ ਜੀ ਉਹ ਸਤਨਾਮ ਦਾ ਜਿਹੜਾ ਪ੍ਰਚਾਰ ਕੀਤਾ। ਜੀ। ਤੇ ਕਹਿੰਦੇ ਫਿਰ ਕੌਣ ਹਾਜ਼ਰ ਸੀ ਮੌਕੇ ਤੇ ਸੱਚੇ ਸੌਦੇ ਤੇ? ਜੀ ਸਤਿਗੁਰੂ ਰਵਿਦਾਸ ਜੀ ਮਹਾਰਾਜ, ਜੀ ਪਰਮ ਪਿਤਾ ਪਰਮਾਤਮਾ ਸਤਿਗੁਰੂ ਰਵਿਦਾਸ ਮਹਾਰਾਜ ਜੀ। ਤੇ ਸਤਿਗੁਰੂ ਕਬੀਰ ਜੀ, ਸਾਹਿਬ ਜੀ, ਉਸ ਵੇਲੇ ਹਾਜ਼ਰ ਸੀ। ਜੀ ਇਹ ਜਿਹੜਾ ਸ਼ਬਦ ਆ, ਇਹ ਗੁਜਰੀ ਮਹੱਲਾ ਪੰਜਵਾਂ ਦਪਦੇ ਘਰ ਦੂਜਾ ਪੰਨਾ 498 ਤੇ ਆ, ਵਾਹ ਜੀ ਵਾਹ। ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿੱਚ। ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ। ਜੀ ਬਿਲਕੁਲ ਤੇ ਮੈਂ ਜਿਹੜੀ ਗੱਲ ਹੁਣ ਤੁਹਾਨੂੰ ਦੱਸਣੀ ਚਾਹੁੰਦਾ, ਜੀ ਇਸੇ ਵਿਸ਼ੇ ਤੇ ਗੁਰਬਾਣੀ ਰਾਹੀਂ ਤੁਸੀਂ ਕੋਈ ਪੱਖ ਦੱਸੋ ਸੰਗਤਾਂ ਨੂੰ। ਇਹਦਾ ਪੱਖ ਜਿਹੜਾ ਆ, ਜੀ। ਇਹ ਅਮਰਦਾਸ ਮਹਾਰਾਜ ਜੀ, ਜੀ ਅੰਗਦ ਦੇ ਗੁਰੂ ਅਮਰਦਾਸ ਮਹਾਰਾਜ ਮਹੱਲਾ ਤੀਜਾ ਲਿਖਦੇ ਆ। ਜੀ ਇਹ ਗੱਲਾਂ ਕਰਕੇ ਇਸੇ ਸੱਚਾਈ ਨੂੰ ਝਠਲਾਉਂਦੇ ਆ ਜੀ ਜੀ ਸੰਤ। ਇਹਨਾਂ ਦੀਆਂ ਗੱਲਾਂ ਕਰਕੇ ਇਹਨੂੰ ਸਥਾਪਿਤ ਕਰਦੇ ਆ, ਉਜਾਗਰ ਕਰਦੇ ਔਰ ਸਥਾਪਿਤ ਕਰਦੇ ਆ। ਜੀ। ਇਹ ਗੱਲ ਹੋਈ ਆ, ਇਹ ਹੈਗੀ ਆ। ਜੀ ਜੀ ਗੁਰੂ ਸਾਹਿਬ ਤੀਜੇ ਪਾਤਸ਼ਾਹ ਦਾ ਸ਼ਬਦ ਸੁਣੋ, ਜੀ ਤੀਜਾ ਮਹੱਲਾ ਤੀਜਾ ਜੀ। ਪੰਨਾ 590 ਤੇ ਜੀ ਮਹਾਰਾਜ ਕਹਿੰਦੇ ਆ,
ਭਗਤ ਜਨਾਂ ਕੋ, ਜੀ ਜਿਹਨੂੰ 15 ਭਗਤਾਂ ਦਾ ਨਾਮ ਦਿੰਦੇ ਆ। ਜੀ। ਰੌਲਾ ਤਾਂ ਇਕੱਲੇ ਰਵਿਦਾਸ ਦਾ ਹੀ ਆ। ਜੀ ਜੀ ਕਬੀਰ ਸਾਹਿਬ ਜੀ ਨੂੰ ਵੀ ਕੋਈ ਇਤਰਾਜ਼ ਜੀ। ਨਹੀਂ, ਨਾਮਦੇਵ ਵਾਲਿਆਂ ਨੂੰ ਵੀ ਕੋਈ ਇਤਰਾਜ਼ ਨਹੀਂ। ਹਾਂਜੀ, ਹਾਂਜੀ। ਜਿਹੜੀ ਭਗਤ ਦਾ ਸ਼ਬਦ ਦਾ ਇਤਰਾਜ਼ ਆ ਉਹ ਇਕੱਲਾ ਰਵਿਦਾਸੀਆਂ ਨੂੰ ਆ। ਹਾਂਜੀ ਹਾਂਜੀ ਇਹਨਾਂ ਨੂੰ ਵੀ ਉਹਦੇ ਤੇ ਹੀ ਸ਼ਬਦ ਦੇ ਇਤਰਾਜ਼ ਆ ਵੀ ਇਹ ਚਮਾਰਿਆ ਸੀ ਜੱਟ ਵਾਂ, ਹਾਂਜੀ ਹਾਂਜੀ ਅਸੀਂ ਸਾਡੀ ਜਾਤ ਖੱਤਰੀ ਬਾਹਮਣ ਆ, ਜੀ ਜੀ ਅਸੀਂ ਉੱਚੇ ਆ। ਜੀ ਜੀ ਲੇਕਿਨ ਰੂਹਾਨੀਅਤ ਵਿੱਚ ਕੋਈ ਉੱਚਾ ਨਹੀਂ ਹੁੰਦਾ। ਸਭ। ਗੁਰੂ ਰਵਿਦਾਸ ਤਾਂ ਸਿੱਧਾ ਹੀ ਕਹਿੰਦੇ ਆ, ਜੀ ਜਾਤ ਪਾਤ ਜੀ ਕੋਈ ਨਹੀਂ ਪੁੱਛਦਾ, ਜੀ। ਹਰ ਕੋ ਭਜੇ, ਜਿਹੜਾ ਹਰੀ ਦਾ ਸਿਮਰਨ ਕਰਦਾ ਉਹ ਹਰੀ ਵਰਗਾ ਹੋ ਜਾਂਦਾ। ਵਾਹ ਜੀ ਇੱਥੇ ਸੁਣੋ ਹੁਣ ਕੀ ਹੋਣ ਲੱਗਾ, ਆ ਸੁਣੋ। ਜੀ ਭਗਤ ਜਨਾਂ ਕੋ ਆਪ ਟੁੱਠਾ ਮੇਰਾ ਪਿਆਰਾ, ਵਾਹ ਜੀ ਆਪੇ ਭਗਤੀ ਲਾਇਨ। ਵਾਹ ਜੀ ਕਹਿੰਦਾ ਜਿਹੜੇ ਇਹ ਪਿਆਰੇ ਭਗਤ ਸੀ ਚਾਰੇ ਹੀ, ਜੀ ਇਹਦੇ ਉੱਤੇ ਮੇਰਾ ਪਿਆਰਾ ਪਰਮਾਤਮਾ ਆਪ ਢਹਿ ਪਿਆ, ਵਾਹ ਜੀ ਆਪ ਨਜ਼ਰੇ ਨਿਹਾਲ ਹੋ ਗਿਆ। ਆਹਾ ਉਹਨਾਂ ਆਪੇ ਹੀ ਉਹਨਾਂ ਨੂੰ ਆਪਣੀ ਭਗਤੀ ਦੇ ਵਿੱਚ ਲਾ ਲਿਆ, ਜੀ ਉਹਨਾਂ ਆਪੇ ਹੀ ਭਗਤੀ ਚ ਲਾ ਲਿਆ। ਜੀ ਫਿਰ ਕੀ ਹੋਇਆ? ਜੀ ਪਾਤਸ਼ਾਹੀ ਭਗਤ ਜਨਾਂ ਕੋ ਦਿੱਤੀਆਂ ਨੇ, ਇਹ ਗੁਰੂ ਗ੍ਰੰਥ ਸਾਹਿਬ ਕਹਿੰਦੇ ਆ, ਜੀ ਮੈਂ ਨਹੀਂ ਕਹਿੰਦਾ। ਹੂੰ ਪਾਤਸ਼ਾਹੀ ਦੁਨੀਆ ਦੀ ਪਾਤਸ਼ਾਹੀ, ਜੀ ਨਾਮਦਾਨ ਦੀ ਪਾਤਸ਼ਾਹੀ, ਜੀ। ਰੂਹਾਨੀਅਤ ਦੀ ਪਾਤਸ਼ਾਹੀ। ਜੀ। ਮਹਾਰਾਜ ਕਹਿੰਦੇ ਆ ਪਾਤਸ਼ਾਹੀ ਭਗਤ ਜਨਾਂ ਕੋ ਦਿੱਤੀਆਂ ਨੇ, ਜੀ ਸਿਰ ਛਤਰ ਸੱਚਾ ਹਰ ਬਣਾਏ। ਜੀ ਪਰਮ ਪਿਤਾ ਪ੍ਰਮਾਤਮਾ ਅਕਾਲ ਪੁਰਖ ਅੰਤਰਜਾਮੀ ਨੇ, ਜੀ ਅਕਾਲ ਪੁਰਖ ਅੰਤਰਜਾਮੀ ਸਤਿਗੁਰੂ ਰਵਿਦਾਸ ਮਹਾਰਾਜ ਦੇ, ਨਾਮਦੇਵ ਜੀ ਦੇ, ਜੀ। ਕਬੀਰ ਜੀ ਦੇ, ਜੀ ਇਹਨਾਂ ਦੇ ਸਿਰਾਂ ਦੇ ਉੱਤੇ ਹਰ ਦਾ ਛਤਰ ਬਣਾਤਾ, ਵਾਹ। ਹਰ ਦਾ ਕਵਚ ਬਣਾਤਾ, ਜੀ। ਹਰ ਦੀ ਇਹ ਜੇ ਕਹਿੰਦੇ ਰੱਖਿਆ ਦਾ ਸ਼ਬਦ ਪਹਿਨਾਤਾ ਜੀ। ਵੀ ਅੱਜ ਤੋਂ ਤੁਸੀਂ ਮੇਰਾ ਰੂਪ ਹੋ ਗਏ ਆ, ਵਾਹ। ਅੱਜ ਤੋਂ ਤੁਸੀਂ ਮੇਰਾ ਰੂਪ ਆ। ਜੀ ਬਿਲਕੁਲ ਜਿੱਥੇ ਤੁਸੀਂ ਆ ਉੱਥੇ ਮੈਂ ਆ, ਜੀ ਜਿੱਥੇ ਮੈਂ ਆ ਉੱਥੇ ਤੂੰ ਆ। ਜੀ ਜਹਾਂ ਸੰਤ ਤਹਾਂ ਰਾਮ ਹੈ, ਜਹਾਂ ਰਾਮ ਤਹਾਂ ਸੰਤ। ਉਹ ਕਹਿੰਦੇ ਜਿੱਥੇ ਮੈਂ ਆ ਉੱਥੇ ਪ੍ਰਮਾਤਮਾ, ਜਿੱਥੇ ਪ੍ਰਮਾਤਮਾ ਉੱਥੇ ਤੁਸੀਂ। ਵਾਹ ਜੀ ਇਹ ਸ਼ਬਦ ਸਾਬਤ ਕਰਦਾ। ਹੁਣ ਤੁਸੀਂ ਦੱਸੋ ਜੀ ਕਿ ਪਰਮਾਤਮਾ ਨੇ ਇਹਨਾਂ ਨੂੰ ਪਾਤਸ਼ਾਹੀ ਦਿੱਤੀ ਨਾਮਦਾਨ ਦੀ, ਵਾਹ। ਉਹਨਾਂ ਦੇ ਸਿਰ ਤੇ ਸੱਚਾ ਛਤਰ ਚਲਾਤਾ ਜੀ ਨਾਮ ਦਾ। ਜੀ ਇਹ ਕੀ ਛੋਟੀ ਗੱਲ ਸੀ? ਨਹੀਂ ਜੀ ਫਿਰ ਗੁਰੂ ਤੀਜੇ ਪਾਤਸ਼ਾਹ ਅਗਲੀ ਲਾਈਨ 'ਚ ਕਹਿੰਦੇ ਆ, ਜੀ ਸਦਾ ਸੁਖੀਏ ਨਿਰਮਲੇ ਸਤਿਗੁਰ ਕੀ ਕਾਰ ਕਮਾਈ। ਜੀ। ਕਹਿੰਦੇ ਜਿਨ ਵੀ ਸਦਾ ਲਈ ਸੁਖੀ ਹੋਣਾ ਹੈ, ਜੀ ਜਿਨ ਸਦਾ ਲਈ ਨਿਰਮਲਾ ਹੋਣਾ ਹੈ, ਜੀ ਜਿਨ ਸਦਾ ਲਈ ਇੱਜ਼ਤਦਾਰ ਬਣਨਾ ਹੈ, ਜੀ। ਉਹ ਸਤਿਗੁਰੂ ਦੀ ਕਾਰ ਕਮਾਵੇ। ਇਹਦਾ ਮਤਲਬ ਕੀ ਆ? ਉਹ ਸਤਿਗੁਰੂ ਦੀ ਸੇਵਾ ਕਰੇ, ਕਰੇ ਉਹ ਸਤਿਗੁਰੂ ਦੀ ਸੇਵਾ ਆਰਾਧਨਾ ਕਰੇ, ਜੀ ਉਹ ਸਤਿਗੁਰੂ ਦੇ ਸ਼ਬਦ ਦੀ ਸਾਧਨਾ ਕਰੇ। ਜੀ ਜੀ ਜਿੱਦਾਂ ਗੁਰੂ ਅਰਜਨ ਦੇਵ ਕਹਿੰਦੇ ਆ, ਗੁਰ ਪਰਮੇਸ਼ਰ ਇੱਕੋ ਜਾਣ, ਜੋ ਤਿਸ ਭਾਵੇ ਸੋ ਪ੍ਰਵਾਨ। ਕਹਿੰਦੇ ਗੁਰੂ ਖੱਬੇ ਹੱਥ, ਪਰਮੇਸ਼ਰ ਇਹ ਆ, ਗੁਰ ਪਰਮੇਸ਼ਰ ਇੱਕੋ ਹੀ ਜਾਣ, ਇਹ ਇੱਕੋ ਹੀ ਆ। ਜੀ ਜੀ ਪਰ ਪ੍ਰਵਾਨ ਕਿਨ ਹੋਣਾ? ਜੀ ਗੁਰ ਪਰਮੇਸ਼ਰ ਇੱਕੋ ਹੀ ਜਾਣ, ਜੋ ਤਿਸ ਭਾਵੇ। ਕਹਿੰਦੇ ਉਹ ਸੇਵਾ ਉਹਦੀ ਪ੍ਰਵਾਨ ਹੋਣੀ ਆ ਜਿਹਦੀ ਪਰਮ ਪਿਤਾ ਪਰਮਾਤਮਾ ਨੇ ਚਾਹਣਾ ਹੈ। ਪਾਉਣਾ ਇਹ ਗੁਰੂ ਅਰਜਨ ਦੇਵ ਕਹਿੰਦੇ ਜੀ। ਆ। ਇਸ ਕਰਕੇ ਮੈਂ ਇਹ ਗੱਲ ਕਹਿਣੀ ਚਾਹੁੰਦਾ ਹਾਂ ਜੀ ਕਿ ਜਦੋਂ ਅਸੀਂ ਇਹ ਗੱਲ ਕਰਦੇ ਹਾਂ ਜੀ ਜਾਂ ਅਸੀਂ ਇਹਦਾ ਕੋਈ ਵਰਣਨ ਕਰਦੇ ਹਾਂ ਜੀ। ਤਾਂ ਉਹਦੇ ਵਿੱਚ ਇਹ ਗੱਲ ਆਉਂਦੀ ਆ, ਇਹ ਜਿਹੜਾ ਸੱਚਾ ਸੌਦਾ ਆ ਜੀ ਇਹ ਹੋਇਆ, ਇਹ ਘਟਨਾ ਹੋਈ ਆ। ਜੀ। ਇਸ ਕਰਕੇ ਇਹਦਾ ਜਿਹੜਾ ਇਹਨੂੰ ਇਹਨਾਂ ਸ਼ਬਦਾਂ ਦੇ ਰਾਹੀਂ ਜੀ ਝੁਠਲਾਇਆ ਨਹੀਂ ਜਾ ਸਕਦਾ। ਜੀ ਕੋਈ ਕੀ ਸਮਝਦਾ ਆ, ਅਸੀਂ ਕਿਸੇ ਨੂੰ ਮਨਾਉਣਾ ਨਹੀਂ। ਜੀ ਜੀ ਬਿਲਕੁਲ ਇਹ ਗੁਰਬਾਣੀ ਕਹਿੰਦੀ ਆ, ਜੀ, ਜੀ। ਅਸੀਂ ਉਹ ਗੱਲ ਕਹਿੰਦੇ ਆ ਜਿਹੜੀ ਗੁਰਬਾਣੀ ਕਹਿੰਦੀ ਆ। ਜੀ ਵਿਦਵਾਨਾਂ ਦਾ ਮੈਂ ਇਸੇ ਕਰਕੇ ਨਹੀਂ ਕਥਾ ਲੈ ਕੇ, ਉਹਨਾਂ ਨੇ ਸਭ ਪ੍ਰਮਾਣ ਦਿੱਤੇ ਆ, ਉਹਨੇ ਆਪਣੀਆਂ ਮਿਹਨਤਾਂ ਕੀਤੀਆਂ। ਜੀ ਇਸ ਕਰਕੇ ਇਹ ਸੱਚਾ ਸੌਦੇ ਦਾ ਗੁਰਬਾਣੀ ਰਾਹੀਂ ਰੱਖਿਆ ਗਿਆ ਭਗਤ। ਜੀ ਜੀ ਸ਼੍ਰੀ ਗੁਰੂ ਰਵਿਦਾਸ ਜੀ ਮਹਾਰਾਜ ਔਰ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੀ ਸੱਚੇ ਸੌਦੇ ਵਾਲੀ ਮਿਲਣੀ ਤੇ ਪ੍ਰਿੰਸੀਪਲ ਸਤਪਾਲ ਜੱਸੀ ਜੀ ਨੇ ਬਹੁਤ ਵਧੀਆ ਚਾਨਣਾ ਪਾਇਆ। ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਨੂੰ ਲੈ ਕੇ ਬਹੁਤ ਉੱਤਮ ਪ੍ਰਮਾਣ ਦਿੱਤੇ, ਜਿਸ ਦੇ ਨਾਲ ਇਹ ਸੰਸ਼ਾ ਦੂਰ ਹੋ ਜਾਂਦਾ ਹੈ ਕਿ ਸੱਚੇ ਸੌਦੇ ਦੀ ਜੋ ਸਾਖੀ ਹੈ ਬਿਲਕੁਲ ਸੱਚੀ ਹੋਈ ਹੈ। ਔਰ ਸਤਿਗੁਰੂ ਨਾਨਕ ਦੇਵ ਜੀ ਔਰ ਸਤਿਗੁਰੂ ਰਵਿਦਾਸ ਮਹਾਰਾਜ ਦੀ ਵਿਚਾਰਧਾਰਾ, ਗੁਰੂ ਕਬੀਰ ਜੀ ਦੀ ਵਿਚਾਰਧਾਰਾ ਇੱਕ ਵਿਚਾਰਧਾਰਾ ਹੈ। ਤੇ ਅਸੀਂ 골ਡ ਮੈਡਲਿਸਟ ਪ੍ਰਿੰਸੀਪਲ ਸਤਪਾਲ ਜੱਸੀ ਜੀ ਡੇਰਾ ਸੱਚਖੰਡ ਬੱਲਾ ਤੋਂ ਅਸੀਂ ਇਹਨਾਂ ਦਾ ਆਪਣੇ ਰਵਿਦਾਸੀਆ ਸਟੂਡੀਓ ਵਿੱਚ ਆਉਣ ਤੇ ਸੰਗਤਾਂ ਨੂੰ ਇਤਨੀ ਗਿਆਨ ਭਰਪੂਰ ਜਾਣਕਾਰੀ ਦੇਣ ਤੇ ਇਹਨਾਂ ਦੇ ਅਸੀਂ ਤਹਿ ਦਿਲ ਤੋਂ ਧੰਨਵਾਦ ਕਰਦੇ ਹਾਂ ਤੇ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਹੈ ਜੀ। ਤੇ ਸਾਰੀਆਂ ਸੰਗਤਾਂ ਨੂੰ ਜੈ ਗੁਰਦੇਵ, ਧੰਨ ਗੁਰੂ ਦਾਸ ਵੱਲੋਂ ਵੀ ਜੀ ਜੀ, ਜੈ ਗੁਰੂ ਸਤਿਗੁਰੂ ਰਵਿਦਾਸ ਜੀ ਮਹਾਰਾਜ ਨਾਮ ਦੇ ਸੰਗਤਾਂ ਜੀ ਜਿੱਥੇ ਕਿਤੇ ਵੀ ਬੈਠੀਆਂ, ਜੀ। ਜਿੱਥੇ ਕਿਤੇ ਵੀ ਰਵਿਦਾਸੀਆ ਟੀਵੀ ਦੇ ਪ੍ਰਸਾਰਥ ਨੂੰ ਜੀ ਸਰਵਣ ਕਰ ਰਹੀਆਂ, ਜੀ ਉਹਨਾਂ ਦਾ ਬਹੁਤ ਬਹੁਤ ਧੰਨਵਾਦ। ਠੀਕ ਹੈ।